ਅਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ। ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਕਹਿਓ ਕਹਾਰਨ ਬਚ ਤਿਸ ਬੇਰੀ ਪਤਨੀ ਰਾਮ ਰਾਏ ਗੁਰ ਕੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਗੁਰੂ ਦਰਬਾਰੇ ਅੰਦਰ ਬੈਠ ਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ ਸਰਵਣ ਕਰਦਿਆਂ ਹੋਇਆਂ ਆਪਾਂ ਇਹ ਬਚਨ ਸਰਵਣ ਕੀਤੇ ਕਿ ਧੰਨ ਬਾਬਾ ਰਾਮ ਰਾਏ ਜੀ ਜੋ ਗੁਰੂ ਹਰਿਰਾਏ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਹਨ। ਸੋ ਉਹਨਾਂ ਦੇ 4 ਵਿਆਹ ਹੋਏ ਸਨ ਅਤੇ ਦੇਹਰਾਦੂਨ ਦੀ ਧਰਤੀ 'ਤੇ ਰਹਿੰਦੇ। ਸੋ ਬਾਬਾ ਰਾਮ ਰਾਏ ਜੀਆਂ ਦੀ ਜੋ ਵੱਡੀ ਸਪਤਨੀ ਹੈ ਬਾਕੀ ਤਿੰਨਾਂ ਦੇ ਨਾਲੋਂ, ਉਹਦਾ ਨਾਮ ਹੈ ਸਦਾ ਕੌਰ। ਸੋ ਇੱਕ ਦਿਨ ਬਾਬਾ ਰਾਮ ਰਾਏ ਜੀਆਂ ਦਾ ਝਗੜਾ ਜੋ ਹੈ ਸੋ ਆਪਣੀ ਪਤਨੀ ਦੇ ਨਾਲ ਸਦਾ ਕੌਰ ਦੇ ਨਾਲ ਹੋਇਆ। ਅਤੇ ਉਸ ਵੇਲੇ ਬੀਬੀ ਸਦਾ ਕੌਰ ਜਿਹੜੀ ਹੈ ਵਾਹਿਗੁਰੂ ਜੀ ਰਾਜ ਕੌਰ ਸੋ ਉਸ ਦਾ ਨਾਮ ਹੈ। ਸੋ ਕਹਿਣ ਲੱਗੇ ਇਹ ਜੋ ਬੀਬੀ ਹੈ ਇਸਨੇ ਆਖਿਆ ਕਿ ਮੈਂ ਇੱਥੇ ਤੁਹਾਡੇ ਨਾਲ ਰਹਿਣਾ ਨਹੀਂ ਹੈ, ਮੈਂ ਇੱਥੋਂ ਚਲੇ ਜਾਣਾ ਹੈ। ਬਾਬਾ ਰਾਮ ਰਾਏ ਜੀ ਉਸ ਵੇਲੇ ਬਚਨ ਸੁਣ ਕੇ ਕਹਿਣ ਲੱਗੇ, ਕਹਿੰਦੇ ਜਿੱਥੇ ਵੀ ਜਾਓਗੇ ਉੱਥੇ ਸਾਡੀਆਂ ਬੇਅੰਤ ਸੰਗਤਾਂ ਨੇ, ਤੁਸੀਂ ਦੱਸੋ ਕਿੱਥੇ ਜਾਣਾ ਹੈ, ਅਸੀਂ ਉੱਥੋਂ ਦੀ ਸੰਗਤ ਨੂੰ ਕਹਿ ਦੇਵਾਂਗੇ, ਸੰਗਤ ਤੁਹਾਨੂੰ ਪਾਲਿਆ ਕਰੇਗੀ, ਤੁਹਾਨੂੰ ਜੋ ਵੀ ਹੈ ਵਸਤੂਆਂ ਲੋੜੀ ਦੀਆਂ ਉਹ ਮਿਲ ਜਾਇਆ ਕਰਨਗੀਆਂ। ਇਹ ਜੋ ਬੀਬੀ ਹੈ ਰਾਜ ਕੌਰ ਇਸਨੇ ਆਖਿਆ ਨਹੀਂ, ਅਸੀਂ ਉੱਥੇ ਨਹੀਂ ਜਾਵਾਂਗੇ ਜਿੱਥੇ ਤੁਹਾਨੂੰ ਸੰਗਤ ਮੰਨਦੀ ਹੈ ਯਾਦ ਕਰਦੀ ਹੈ, ਅਸੀਂ ਉੱਥੇ ਰਵਾਂਗੇ ਜਿੱਥੇ ਤੁਹਾਨੂੰ ਕੋਈ ਜਾਣਦਾ ਨਾ ਹੋਵੇ, ਸਾਨੂੰ ਤੁਹਾਡਾ ਕੋਈ ਅਹਿਸਾਨ ਨਹੀਂ ਚਾਹੀਦਾ। ਇਹ ਗੱਲ ਕਰਕੇ ਇਹ ਜੋ ਬੀਬੀ ਹੈ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਪਾਲਕੀ 'ਚ ਬੈਠ ਕੇ ਚੱਲ ਪਈ ਹੈ ਦੇਹਰਾਦੂਨ ਤੋਂ। ਕਈਆਂ ਪਿੰਡਾਂ ਵਿੱਚ ਹੋ ਕੇ ਅੱਗੇ ਚੱਲਦੇ ਨੇ। ਪਿੰਡ ਵਿੱਚ ਪੁੱਛਿਆ ਜਾਂਦਾ, ਦੱਸਿਆ ਜਾਂਦਾ ਹੈ ਰਾਮ ਕੌਰ ਜੀ ਵਾਹਿਗੁਰੂ ਜੀ, ਪਿੰਡ ਵਾਲਿਆਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਵੀ ਇਹ ਬਾਬਾ ਰਾਮ ਰਾਏ ਜੀ ਦਾ ਪਰਿਵਾਰ ਹੈ। ਅਤੇ ਪਿੰਡ ਵਾਲੇ ਜਦੋਂ ਕਹਿੰਦੇ ਵੀ ਹਾਂ ਅਸੀਂ ਜਾਣਦੇ ਹਾਂ, ਅਤੇ ਬੀਬੀ ਰਾਜ ਕੌਰ ਜਿਹੜੀ ਹੈ ਉਹ ਕਹਿਣ ਲੱਗੀ ਵੀ ਇੱਥੇ ਨਹੀਂ ਰਹਿਣਾ ਹੈ, ਇਹ ਲੋਕ ਬਾਬਾ ਰਾਮ ਰਾਏ ਜੀ ਨੂੰ ਜਾਣਦੇ ਨੇ। ਫਿਰ ਉੱਥੋਂ ਚੱਲ ਪੈਂਦੇ ਅਗਲੇ ਪਿੰਡ ਪਹੁੰਚ ਜਾਂਦੇ, ਉੱਥੋਂ ਦੇ ਲੋਕ ਵੀ ਕਹਿੰਦੇ ਅਸੀਂ ਜਾਣਦੇ ਹਾਂ। ਇਸ ਤਰ੍ਹਾਂ ਕਈ ਪਿੰਡਾਂ ਵਿੱਚੋਂ ਹੁੰਦਿਆਂ ਹੁੰਦਿਆਂ ਇੱਕ ਮਨੀ ਮਾਜਰਾ ਨਾਮ ਦਾ ਪਿੰਡ ਹੈ ਜਿਹੜਾ ਅੱਜ ਕੱਲ੍ਹ ਚੰਡੀਗੜ੍ਹ ਦੇ ਨੇੜੇ ਹੈ। ਸੋ ਕਹਿਣ ਲੱਗੇ ਵੀ ਇਹ ਪਹਿਲਾਂ ਕੈਂਥਲ ਵਾਂਗੂ ਕਿਸੇ ਸਿੱਖ ਰਿਆਸਤ ਵਿੱਚ ਆਉਂਦਾ ਸੀ, ਪਹਿਲਾਂ ਕਿਸੇ ਰਿਆਸਤ ਵਿੱਚ ਇਹ ਪਿੰਡ ਪੈਂਦਾ ਸੀ, ਫਿਰ ਅੰਬਾਲੇ ਜ਼ਿਲ੍ਹੇ ਵਿੱਚ ਇਹ ਪਿੰਡ ਜਿਹੜਾ ਹੈ ਉਹ ਪੈਂਦਾ ਹੈ। ਸੋ ਮਨੀ ਮਾਜਰਾ ਨਾਮ ਦਾ ਪਿੰਡ ਹੈ। ਇਹ ਬੀਬੀ ਜਿਹੜੀ ਰਾਜ ਕੌਰ ਹੈ ਨਾ ਇੱਥੇ ਆ ਕੇ ਪਹੁੰਚੀ ਹੈ, ਅਤੇ ਪਿੰਡ ਦੇ ਲੋਕਾਂ ਨੇ ਉਸ ਵੇਲੇ ਇਕੱਠੇ ਹੋ ਕੇ ਪੁੱਛਿਆ ਵੀ ਇਹ ਕੌਣ ਬੀਬੀ ਹੈ, ਕਿੱਥੋਂ ਆਈ ਹੈ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰਿਆ ਹੈ। ਪਿੰਡ ਦੇ ਲੋਕ ਕੀ ਪੁੱਛਦੇ ਪਏ, ਅੱਗੋਂ ਕੀ ਜਵਾਬ ਮਿਲੇਗਾ, ਉੱਤਰ ਮਿਲੇਗਾ, ਉਹ ਆਪਾਂ ਅੱਜ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋ ਜਿਹੜੇ ਕੁਹਾਰ ਸਨ ਪਾਲਕੀ ਚੁੱਕਣ ਵਾਲੇ, ਉਹਨਾਂ ਦੇ ਕੋਲੋਂ ਪਿੰਡ ਦੇ ਲੋਕਾਂ ਨੇ ਮਨੀ ਮਾਜਰੇ ਦੇ ਲੋਕਾਂ ਨੇ ਆ ਕੇ ਪੁੱਛਿਆ, ਕਹਿਣ ਲੱਗੇ ਇਹ ਪਾਲਕੀ 'ਚ ਕੌਣ ਬੈਠ ਕੇ ਆਇਆ ਹੈ। ਅਤੇ ਉਹ ਜਿਹੜੇ ਕੁਹਾਰ ਸਨ ਪਾਲਕੀ ਚੁੱਕਣ ਵਾਲੇ ਉਹਨਾਂ ਨੇ ਫਿਰ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਜੀ ਅਸੀਂ ਦੱਸ ਦਿੰਦੇ ਵੀ ਕੌਣ ਆਇਆ ਹੈ। ਅਤੇ
ਤੇ ਉਸ ਵੇਲੇ ਫਿਰ ਦੱਸਣ ਲੱਗੇ ਹਨ। ਪਤਨੀ ਰਾਮ ਰਾਏ ਗੁਰ ਕੇਰੀ। ਉਹਨਾਂ ਨੇ ਦੱਸਿਆ, ਕਹਿਣ ਲੱਗੇ ਜੀ ਇਹ ਬਾਬਾ ਰਾਮ ਰਾਏ ਜੀ ਦੀ ਪਤਨੀ ਹੈ। ਬਾਬਾ ਰਾਮ ਰਾਏ ਜੀ ਜੋ ਨੇ ਗੁਰੂ ਕੁਹਾਰਾਂ ਨੇ ਗੁਰੂ ਸ਼ਬਦ ਨਾਲ ਜੋੜਿਆ ਵੀ ਜੋ ਗੁਰੂ ਰਾਮ ਰਾਏ ਹੈ ਨਾ, ਇਹ ਉਹਨਾਂ ਦੀ ਪਤਨੀ ਹੈ, ਨਾਮ ਰਾਜ ਕੌਰ ਹੈ। ਬਸਿਓ ਚਾਹਤ ਤੁਮਰੇ ਪੁਰ ਮੈਂ। ਇਹ ਜੋ ਬੀਬੀ ਹੈ ਨਾ, ਇਹ ਤੁਹਾਡੇ ਪਿੰਡ ਇੱਥੇ ਵਸਣ ਵਾਸਤੇ ਇਹ ਰੁਕੇ ਨੇ ਵੀ ਇੱਥੇ ਕੁਝ ਸਮਾਂ ਜਿਹੜਾ ਹੈ ਰਹਿਣਾ ਕਰੀਏ। ਕਰਨ ਸਦਨ ਕੀ ਬਾਂਛਾ ਉਰ ਮੈਂ। ਤੇ ਇਹ ਚਾਹੁੰਦੇ ਨੇ ਵੀ ਇੱਥੇ ਘਰ ਬਣਾ ਕੇ ਰਹੀਏ, ਕਿਉਂਕਿ ਘਰ ਉੱਥੇ ਬਣਾਉਣਾ ਜਿੱਥੇ ਬਾਬਾ ਰਾਮ ਰਾਏ ਨੂੰ ਕੋਈ ਨਾ ਜਾਣਦਾ ਹੋਵੇ। ਇਸ ਕਰਕੇ ਬੀਬੀ ਰਾਜ ਕੌਰ ਜਿਹੜੀ ਹੈ ਇੱਥੇ ਘਰ ਬਣਾ ਕੇ ਰਹਿਣਾ ਚਾਹੁੰਦੀ ਹੈ। ਸੁਨ ਕਰ ਨਰਨ ਅਨਾਦਰ ਕਰਿਓ। ਜਿਹੜੇ ਮਣੀ ਮਾਜਰੇ ਦੇ ਲੋਕ ਸਨ, ਜਦੋਂ ਉਹਨਾਂ ਨੇ ਸੁਣਿਆ ਬਚਨ ਤੇ ਸੁਣ ਕੇ ਉਹਨਾਂ ਨੇ ਬੜੀ ਨਰਾਦਰੀ ਦੇ ਨਾਲ, ਸੋ ਬੜੇ ਫਿੱਕੇ ਜਿਹੇ ਬਚਨ, ਰੁੱਖੇ ਜਿਹੇ ਬਚਨ ਜਿਹੜੇ ਸਨ, ਸਤਿਕਾਰ ਵਾਲੇ ਨਹੀਂ ਸਗੋਂ ਨਰਾਦਰ ਕਰਨ ਵਾਲੇ ਬਚਨ ਜਿਹੜੇ ਉਹ ਆਖੇ ਹਨ। ਕੌਣ ਗੁਰੂ ਹਮ ਭਾਉ ਨਾ ਧਰਿਓ। ਕਹਿਣ ਲੱਗੇ ਕਿਹੜਾ ਗੁਰੂ ਰਾਮ ਰਾਏ, ਅਸੀਂ ਨਹੀਂ ਜਾਣਦੇ, ਨਾ ਹੀ ਅਸੀਂ ਐਸੇ ਬੰਦੇ ਦੇ ਨਾਲ ਕੋਈ ਪ੍ਰੇਮਾ ਭਾਵ ਰੱਖਦੇ ਹਾਂ। ਕੋਈ ਸਾਡਾ ਉਹਦੇ ਨਾਲ ਪ੍ਰੇਮ ਨਹੀਂ ਹੈ, ਕੋਈ ਸਾਡਾ ਉਹਦੇ ਨਾਲ ਲੈਣਾ ਦੇਣਾ ਹੈ ਹੀ ਨਹੀਂ। ਇਹ ਮਣੀ ਮਾਜਰੇ ਦੇ ਲੋਕ ਕਹਿੰਦੇ, ਕਹਿਣ ਲੱਗੇ ਵੀ ਅਸੀਂ ਨਹੀਂ ਜਾਣਦੇ ਰਾਮ ਰਾਏ ਕੌਣ ਹੈ, ਗੁਰੂ ਹੈ ਜਾਂ ਨਹੀਂ ਹੈ, ਸਾਨੂੰ ਨਹੀਂ ਪਤਾ। ਅਸੀਂ ਉਹਦੇ ਵਾਸਤੇ ਨਾ ਪੁੱਛਣਾ ਚਾਹੁੰਦੇ, ਨਾ ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਕੋਈ ਪ੍ਰੇਮ ਭਾਵਨਾ ਹੈ। ਕਰ ਜਾਓ ਉਠਾਵੋ ਡੋਰਾ। ਇਹ ਮਣੀ ਮਾਜਰੇ ਦੇ ਲੋਕ ਕਹਿਣ ਲੱਗ ਪਏ, ਕਹਿਣ ਲੱਗੇ ਵੀ ਕੁਹਾਰਾਂ ਨੂੰ ਵੀ ਇਹ ਚੁੱਕ ਲਓ ਪਾਲਕੀ। ਇਹ ਜੋ ਬੀਬੀ ਆਈ ਹੈ ਨਾ ਬਾਬਾ ਰਾਮ ਰਾਏ ਜੀ ਦੀ ਪਤਨੀ, ਇਹਨੂੰ ਬਿਠਾਓ ਪਾਲਕੀ ਦੇ ਵਿੱਚ ਤੇ ਪਾਲਕੀ ਚੁੱਕ ਕੇ ਸਾਡੇ ਪਿੰਡੋਂ ਚਲੇ ਜਾਓ, ਇੱਥੇ ਨਾ ਰਹਿਣਾ ਕਰੋ। ਅਸੀਂ ਨਹੀਂ ਪਸੰਦ ਕਰਦੇ, ਨਾ ਹੀ ਅਸੀਂ ਕਿਸੇ ਰਾਮ ਰਾਏ ਨੂੰ ਜਾਣਦੇ ਹਾਂ। ਹਮਨੇ ਮਾਨੈ ਹਵੈ ਕਿਸ ਓਰਾ। ਚਲੋ ਹੋਵੇਗਾ ਗੁਰੂ, ਅਸੀਂ ਕੀ ਲੈਣਾ। ਕੁਝ ਪਿੰਡ ਦੇ ਮੋਹਤਬਾਰ ਜਿਹੜੇ ਨਾ ਅੱਗੇ ਹੋਏ, ਕਹਿਣ ਲੱਗੇ ਵੀ ਠੀਕ ਹੈ ਰਾਮ ਰਾਏ ਗੁਰੂ ਹੋਵੇਗਾ, ਕਿਸੇ ਇਲਾਕੇ ਵਿੱਚ ਰਹਿੰਦਾ ਹੋਵੇਗਾ, ਅਸੀਂ ਕੀ ਲੈਣਾ। ਗੁਰੂ ਹੋਵੇ ਨਾ ਹੋਵੇ, ਕਿਤੇ ਰਹਿੰਦਾ ਹੋਵੇ ਨਾ ਰਹਿੰਦਾ ਹੋਵੇ, ਪਰ ਅਸੀਂ ਉਸ ਨੂੰ ਮੰਨਦੇ ਨਹੀਂ ਹਾਂ। ਸੁਣ ਕੇ ਰਾਜ ਕੁਵਰ ਹਰਖਾਨੀ। ਇਹ ਗੱਲ ਸੁਣ ਕੇ ਉਹ ਬੀਬੀ ਰਾਜ ਕੌਰ ਖੁਸ਼ ਹੋ ਗਈ। ਜਦੋਂ ਪਿੰਡ ਦੇ ਲੋਕਾਂ ਨੇ ਆਖਿਆ ਨਾ ਵੀ ਅਸੀਂ ਨਹੀਂ ਜਾਣਦੇ ਕੌਣ ਹੈ ਰਾਮ ਰਾਏ, ਗੁਰੂ ਹੈ ਜਾਂ ਨਹੀਂ ਹੈ, ਅਸੀਂ ਕੀ ਲੈਣਾ, ਨਾ ਸਾਡਾ ਉਹਦੇ ਨਾਲ ਕੋਈ ਪ੍ਰੇਮ ਭਾਵਨਾ ਹੈ। ਇਹ ਬੀਬੀ ਰਾਜ ਕੌਰ ਸੁਣਦੀ ਪਈ ਸੀ ਇਹ ਗੱਲਾਂ। ਜਦੋਂ ਸੁਣੀਆਂ ਨਾ ਗੱਲਾਂ ਵੀ ਇਹ ਪਿੰਡ ਦੇ ਲੋਕ ਬਾਬਾ ਰਾਮ ਰਾਏ ਨੂੰ ਨਹੀਂ ਜਾਣਦੇ, ਇਹ ਕਹਿਣ ਲੱਗੇ, ਫਿਰ ਉਸ ਵੇਲੇ ਬਹੁਤ ਖੁਸ਼ ਹੋਏ ਹਨ। ਬਸਵੇ ਹੇਤ ਥਾਉ ਸੋ ਜਾਨੀ। ਸੋ ਕਹਿਣ ਲੱਗੇ ਉਸ ਵੇਲੇ ਮਾਤਾ ਜੀ, ਇਹ ਬੀਬੀ ਜੀ ਜਾਣ ਗਿਆ ਵੀ ਇਹ ਜਿਹੜਾ ਥਾਂ ਹੈ ਨਾ, ਇਹ ਮੇਰੇ ਵਸਣ ਵਾਸਤੇ ਹੈ। ਮੇਰੀ ਅਗਲੀ ਉਮਰਾਂ ਜਿੰਨੀ ਕੁ ਰਹਿੰਦੀ ਹੈ ਨਾ, ਮੈਂ ਇੱਥੇ ਰਹਿ ਕੇ ਆਪਣਾ ਸਮਾਂ ਬਤੀਤ ਕਰਾਂਗੀ। ਬਾਬਾ ਰਾਮ ਰਾਏ ਦੇ ਨਾਲ, ਆਪਣੇ ਪਤੀ ਦੇ ਨਾਲ ਇਸ ਬੀਬੀ ਦੇ ਬਚਨ ਸਨ ਵੀ ਮੈਂ ਉੱਥੇ ਜਾ ਕੇ ਰਵਾਂਗੀ ਜਿੱਥੇ ਤੁਹਾਨੂੰ ਕੋਈ ਨਾ ਜਾਣਦਾ ਹੋਵੇ। ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਰਾਮ ਰਾਏ ਦੀ ਸੰਗਤ ਮੈਨੂੰ ਪਾਲਦੀ ਹੈ, ਮੈਨੂੰ ਭੇਟਾ ਦਿੰਦੀ ਹੈ। ਨਹੀਂ, ਮੈਂ ਇਹ ਅਹਿਸਾਨ ਨਹੀਂ ਲੈਣਾ ਕਿਸੇ ਦੇ ਕੋਲੋਂ। ਤੇ ਜਦੋਂ ਵੇਖਿਆ ਵੀ ਇਹ ਪਿੰਡ ਦੇ ਲੋਕ ਨਹੀਂ ਜਾਣਦੇ, ਕਹਿੰਦੇ ਇੱਥੇ ਅਸੀਂ ਮਣੀ ਮਾਜਰੇ ਦੇ ਵਿੱਚ ਹੁਣ ਡੇਰਾ ਰੱਖਾਂਗੇ। ਇਸ ਪੁਰ ਮੋਨ ਗੁਰ ਕੋ ਸਿੱਖ। ਸੋ ਇਸ ਪਿੰਡ ਦੇ ਵਿੱਚ ਰਾਮ ਰਾਏ ਜੀ ਦਾ ਕੋਈ ਸਿੱਖ ਨਹੀਂ ਹੈ। ਬੈਸ ਬਿਤਾਓ ਬੈਸ ਭਵਿੱਖ। ਤੇ ਮੈਂ ਇੱਥੇ ਰਹਿ ਕੇ ਆਪਣੀ ਉਮਰਾਂ ਜਿਹੜੀ ਨਾ ਆਉਣ ਵਾਲੇ ਸਮੇਂ ਦਾ ਜਿੰਨਾ ਕੁ ਜੀਵਨ ਬਤੀਤ ਕਰਾਂਗੀ। ਜਿਉਂ ਕਿਉਂ ਕਰ ਸੋ ਨਰ ਸਮਝਾਏ। ਸੋ ਕਹਿਣ ਲੱਗੇ ਵੀ ਇਸ ਬੀਬੀ ਰਾਜ ਕੌਰ ਜੀਆਂ ਨੇ ਤੇ ਹੋਰ ਜਿਹੜੇ ਲੋਕ ਸਨ ਨਾਲ ਆਏ, ਇਹਨਾਂ ਨੇ ਪਿੰਡ ਦੇ ਲੋਕਾਂ ਨੂੰ ਸਮਝਾ ਹੀ ਲਿਆ ਗੱਲਾਂ ਬਾਤਾਂ ਕਰਕੇ ਵੀ ਠੀਕ ਹੈ, ਤੁਸੀਂ ਰਾਮ ਰਾਏ ਨੂੰ ਨਹੀਂ ਜਾਣਦੇ ਤੇ ਤਾਂ ਕੀ ਹੋਇਆ, ਤੇ ਅਸੀਂ ਕੋਈ ਤੁਹਾਡੇ ਪਿੰਡ ਵਿੱਚ ਫ੍ਰੀ ਨਹੀਂ ਲੈਣ ਲੱਗੇ, ਅਸੀਂ ਆਪਣਾ ਘਰ ਬਣਾਵਾਂਗੇ ਤੇ ਇੱਥੇ ਰਵਾਂਗੇ। ਜਿਵੇਂ ਕਿਵੇਂ ਕਰਕੇ ਪਿੰਡ ਦੇ ਲੋਕਾਂ ਨੂੰ ਮਨਾ ਲਿਆ, ਰਹਿਣ ਵਾਸਤੇ ਉਹ ਮੰਨ ਗਏ ਵੀ ਚਲੋ ਠੀਕ, ਤੁਸੀਂ ਰਹਿ ਸਕਦੇ ਹੋ। ਕਹਿ ਕਰ ਡੇਰਾ ਲੀਨ ਜਮਾਏ। ਤੇ ਕਹਿ ਕੇ ਫਿਰ ਇੱਥੇ ਆਪਣਾ ਡੇਰਾ ਜਿਹੜਾ ਹੈ ਉਹ ਕੀਤਾ ਹੈ। ਸਨੇ ਸਨੇ ਤਹ ਸਦਨ ਬਣਾਏ। ਹੌਲੀ ਹੌਲੀ ਸਿਰ ਫਿਰ ਇਸ ਬੀਬੀ ਰਾਜ ਕੌਰ ਨੇ ਨਾ ਉੱਥੇ ਆਪਣਾ ਘਰ ਬਣਾ ਲਿਆ। ਅੱਜ ਵੀ ਤੁਸੀਂ ਮਣੀ ਮਾਜਰੇ ਜਾਂਦੇ ਹੋ ਨਾ, ਤੇ ਉੱਥੇ ਬੀਬੀ ਰਾਜ ਕੌਰ ਦੀ ਯਾਦ ਵਿੱਚ ਉਹ ਯਾਦਗਾਰਾਂ ਬਣੀਆਂ ਹੋਈਆਂ ਜਿੱਥੇ ਉਹ ਰਹਿ। ਕਹਿਣ ਲੱਗੇ ਵੀ ਹੌਲੀ ਹੌਲੀ ਫਿਰ ਇੱਥੇ ਉਹਨਾਂ ਨੇ ਘਰ ਬਣਾ ਲਏ ਹਨ। ਬਾਸ ਹਿਰਦੈ ਹਰਖਾਏ। ਇੱਥੇ ਫਿਰ ਵਾਸਾ ਕੀਤਾ ਬੀਬੀ ਰਾਜ ਕੌਰ ਜੀ ਨੇ, ਬੜਾ ਖੁਸ਼ ਹੋ ਕੇ ਸਮਾਂ ਬਤੀਤ ਕੀਤਾ ਹੈ। ਬਸਿਓ ਕੇ ਤਕ ਮਾਸ ਬਿਤਾਏ। ਤੇ ਕੁਝ ਕੁ ਮਹੀਨੇ ਇੱਥੇ ਰਹਿੰਦਿਆਂ ਬੀਬੀ ਰਾਜ ਕੌਰ ਜੀਆਂ ਨੂੰ ਉਸ ਵੇਲੇ ਬਤੀਤ ਹੋਏ ਹਨ। ਬ੍ਰਿਖਮ ਤੇ ਬਰਖਾ ਰਿਤੂ ਆਏ। ਤੇ ਕਹਿਣ ਲੱਗੇ ਵੀ ਫਿਰ ਪਹਿਲਾਂ ਗਰਮੀ ਦੀ ਰੁੱਤ ਆਈ ਹੈ, ਤੇ ਗਰਮੀ ਤੋਂ ਬਾਅਦ ਵਿੱਚ ਫਿਰ ਕਹਿਣ ਲੱਗੇ ਬਰਸਾਤ ਦੀ ਰੁੱਤ ਆ ਗਈ ਹੈ। ਬਰਖਾ ਮੇਘ ਘਟਾ ਹੋਏ ਭਾਰੀ। ਇੱਕ ਦਿਨ ਕੀ ਹੋਇਆ ਵੀ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਿਆ। ਜਦੋਂ ਸੌਣ ਭਾਦਰੋਂ ਦੇ ਦਿਨ ਸਨ
ਤੇ ਕਹਿਣ ਲੱਗੇ ਉਸ ਵੇਲੇ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਪਰੈ ਵਿਸਾਲ ਧਰਾ ਪਰਵਾਰੀ। ਤੇ ਕਹਿਣ ਲੱਗੇ ਬਹੁਤ ਜ਼ਿਆਦਾ ਪਾਣੀ ਧਰਤੀ ਦੇ ਉੱਪਰ ਸ਼ੈਬਰ ਦੇ ਨਾਲ ਬੜੀ ਸ਼ਰਾਟੇ ਦੀ ਜਿਹੜੀ ਹੈ ਨਾ ਬਰਖਾ, ਬਹੁਤ ਜ਼ਿਆਦਾ ਮੀਂਹ ਉਸ ਵੇਲੇ ਪੈਣ ਲੱਗਾ ਹੈ। ਅਰਧ ਰਾਤਰ ਬਹੁ ਬਰਖਤ ਨੀਰ। ਇਹ ਜਿਹੜਾ ਮੀਂਹ ਹੈ ਨਾ ਗੁਰਮੁਖੋ, ਅੱਧੀ ਰਾਤ ਤੱਕ, ਸ਼ਾਮ ਤੋਂ ਕਿਤੇ ਸ਼ੁਰੂ ਹੋਇਆ ਮੀਂਹ ਪੈਣਾ ਤੇ ਅੱਧੀ ਰਾਤ ਤੱਕ ਮੀਂਹ ਪੈਂਦਾ ਰਿਹਾ ਹੈ। ਗਇਓ ਛਾਤ ਕੋ ਟੂਟ ਸ਼ਤੀਰ। ਤੇ ਜਿਹੜੀ ਛੱਤ ਸੀ ਨਾ, ਉਹਨਾਂ ਸਮਿਆਂ ਵਿੱਚ ਵੱਡੇ ਵੱਡੇ ਲੱਕੜ ਦੇ ਮੋਛੇ ਰੱਖ ਕੇ ਤੇ ਉਹਦੇ ਉੱਪਰ ਕੱਖ ਕਾਨਾ ਪਾ ਕੇ ਤੇ ਛੱਤਾਂ ਪਾਈਆਂ ਜਾਂਦੀਆਂ। ਤੇ ਉਹ ਵੱਡੀ ਲੱਕੜ ਨੂੰ ਸ਼ਤੀਰ ਕਿਹਾ ਜਾਂਦਾ। ਕਹਿਣ ਲੱਗੇ ਵੀ ਉਹ ਜਦੋਂ ਮੀਂਹ ਬਹੁਤਾ ਸਮਾਂ ਪੈਂਦਾ ਰਿਹਾ ਤਾਂ ਲੱਕੜ ਵਿੱਚੋਂ ਕਾਰੋਂ ਜਿਹੜੀ ਛੱਤ ਦੀ ਟੁੱਟ ਗਈ ਹੈ। ਜਲ ਘਰ ਵਿਖੇ ਪਰਨ ਬਹੁ ਲਾਗੇ। ਤੇ ਜਦੋਂ ਛੱਤ ਡਿੱਗ ਪਈ, ਉਹ ਜਿਹੜਾ ਮੀਂਹ ਦਾ ਪਾਣੀ ਸੀ ਉਹ ਸਾਰਾ ਅੰਦਰ ਘਰ ਦੇ ਪੈਣ ਲੱਗ ਪਿਆ ਹੈ। ਆਨਹਿ ਜਤਨ ਦਾਸ ਤਿਸ ਆਗੇ। ਤੇ ਕਹਿਣ ਲੱਗੇ ਵੀ ਜਿਹੜੇ ਯਤਨ ਨਾਲ ਸੇਵਾਦਾਰ ਕਰਨ ਲੱਗ ਪਏ, ਜਿਹੜੇ ਸੇਵਾਦਾਰ ਸਨ ਉਹਨਾਂ ਨੂੰ ਆਖਿਆ ਭਾਈ ਆ ਮੀਂਹ ਅੰਦਰ ਆਉਣ ਲੱਗ ਪਿਆ, ਛੱਤ ਟੁੱਟ ਗਈ ਹੈ। ਹੁਣ ਉਹ ਸੇਵਾਦਾਰ, ਅੱਧੀ ਰਾਤ ਦਾ ਸਮਾਂ ਹੈ ਤੇ ਮੀਂਹ ਬੜੇ ਸਮੇਂ ਤੋਂ ਪੈਂਦਾ ਪਿਆ ਸੀ। ਵਿਚਾਰਿਆਂ ਨੇ ਯਤਨ ਤੇ ਬੜੇ ਕੀਤੇ, ਕੱਖ ਕਾਨਾ ਲਾ ਕੇ, ਕੋਈ ਹੋਰ ਵੀ ਜੋ ਉਹਨਾਂ ਕੋਲੋਂ ਇੰਤਜ਼ਾਮ ਹੋਇਆ ਉਹਨਾਂ ਨੇ ਕੀਤਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮੀਂਹ ਦੇ ਪਾਣੀ ਨੂੰ ਰੋਕਿਆ ਜਾਵੇ। ਰਾਜ ਕੌਰ ਲਖ ਬਿਗਨ ਵਡੇਰਾ। ਪਰ ਕਹਿਣ ਲੱਗੇ ਵੀ ਇਹਨਾਂ ਵਿਚਾਰਿਆਂ ਦਾ ਨਾ ਜ਼ੋਰ ਕੋਈ ਨਹੀਂ ਚੱਲਿਆ। ਕਾਮੇ ਲੱਗਦੇ ਗਏ ਸੇਵਾਦਾਰ, ਯਤਨ ਤੇ ਬੜਾ ਕਰਦੇ ਪਰ ਮੀਂਹ ਦਾ ਪਾਣੀ ਰੋਕ ਨਹੀਂ ਪਾਏ। ਤੇ ਬੀਬੀ ਰਾਜ ਕੌਰ ਨੇ ਜਾਣ ਲਿਆ ਵੀ ਨਹੀਂ, ਇਹਨਾਂ ਦੇ ਕੋਲੋਂ ਇਹ ਗੱਲ ਬੰਨੀ ਨਹੀਂ ਹੈ। ਤੋ ਚੌਧਰੀ ਬੜਪੁਰ ਕੇਰਾ। ਤੇ ਕਹਿਣ ਲੱਗੀ ਵੀ ਇਸ ਪਿੰਡ ਦਾ ਇੱਕ ਚੌਧਰੀ ਸੀ, ਬੜਾ ਅਮੀਰ ਤੇ ਧਨਾੜ ਬਹੁਤ, ਉਹਦੀ ਇਲਾਕੇ ਵਿੱਚ ਜਾਣ ਪਛਾਣ ਤੇ ਬਹੁਤ ਵੱਡਾ ਇੱਕ ਵਿਅਕਤੀ ਹੈ। ਕਰ ਤਹਾਂ ਪਠਾਏ ਸਦਾਸ। ਤੇ ਇੱਕ ਸੇਵਾਦਾਰ ਜਾਂ ਦੋ ਸੇਵਾਦਾਰ ਇਸ ਬੀਬੀ ਰਾਜ ਕੌਰ ਨੇ ਨਾ ਉਹਦੇ ਘਰੇ ਭੇਜੇ। ਜਿਹੜਾ ਚੌਧਰੀ ਹੈ ਨਾ, ਪੱਕੀ ਹਵੇਲੀ ਦਾ ਮਾਲਕ, ਉਹਦੇ ਘਰੇ ਭੇਜੇ ਦੋ ਚਾਰ ਸੇਵਾਦਾਰ, ਕਹਿ ਕੇ ਵੀ ਜਾਓ ਜਾ ਕੇ ਉਸ ਨੂੰ ਦੱਸੋ ਵੀ ਸਾਡੇ ਘਰ ਦੀ ਛੱਤ ਟੁੱਟੀ ਹੈ। ਜਾਹੇ ਤੁਰਤ ਭਨੀਐ ਤਿਸ ਪਾਸ। ਤੇ ਛੇਤੀ ਜਾ ਕੇ ਉਸ ਨੂੰ ਦੱਸੋ ਵੀ ਸਾਡੇ ਘਰ ਆ ਮੁਸੀਬਤ ਪੈ ਗਈ ਹੈ, ਵੀ ਸ਼ਤੀਰ ਟੁੱਟ ਗਿਆ ਤੇ ਉਹਦੇ ਨਾਲ ਛੱਤ ਡਿੱਗ ਪਈ ਹੈ ਤੇ ਮੀਂਹ ਦਾ ਪਾਣੀ ਅੰਦਰ ਆਉਂਦਾ ਪਿਆ। ਇਹ ਜਾ ਕੇ ਪਿੰਡ ਦੇ ਚੌਧਰੀ ਨੂੰ ਉਸ ਨੂੰ ਜਾ ਕੇ ਦੱਸਣਾ ਕਰੋ। ਇੱਕ ਸ਼ਤੀਰ ਉਚਵਾਏ ਸੋ ਲਿਆਓ। ਤੇ ਇੱਕ ਸ਼ਤੀਰ ਉਹਦੇ ਕੋਲੋਂ ਮੰਗ ਕੇ ਲਿਆਓ। ਉਹਦੇ ਘਰ ਲੱਕੜਾਂ ਪਈਆਂ ਹੋਣਗੀਆਂ, ਅਮੀਰ ਆਦਮੀ ਹੈ ਤੇ ਕੁਝ ਨਾ ਕੁਝ ਸਾਧਨ ਬਣ ਹੀ ਜਾਏਗਾ ਨਾ। ਉਹਨੂੰ ਜਾ ਕੇ ਕਹੋ ਵੀ ਸਾਡਾ ਛੱਤ ਟੁੱਟ ਗਈ ਹੈ ਤੇ ਉਹਦੇ ਵਾਸਤੇ ਇੱਕ ਸ਼ਤੀਰ ਚਾਹੀਦਾ, ਵੱਡੀ ਲੱਕੜ ਚਾਹੀਦੀ ਹੈ, ਤੇ ਕਹਿ ਕੇ ਤੇ ਪੁੱਛ ਕੇ ਤੇ ਉਹਦੇ ਘਰੋਂ ਚੁੱਕ ਕੇ ਲਿਆਉਣਾ ਕਰੋ। ਮਰਗਨ ਸੰਗ ਤੁਰਤ ਅਬ ਆਉ। ਤੇ ਨਾਲ ਲੈ ਜਾਓ ਕੁਝ ਸੇਵਾਦਾਰ ਬੰਦੇ, ਤੇ ਇਹ ਸਾਰਾ ਕੁਝ ਕਰਕੇ ਨਾ ਛੇਤੀ ਦੇ ਨਾਲ ਵਾਪਸ ਮੁੜਨਾ ਕਰੋ। ਸਦਨ ਗਿਰ ਗਿਓ ਚਲੋ ਉਧਾਰੋ। ਸੋ ਉਸ ਵੇਲੇ ਸਦਨ ਗਿਰ ਗਏ ਹੋ, ਚਲੋ ਉਧਾਰੋ। ਤੇ ਉਹਨੂੰ ਜਾ ਕੇ ਦੱਸੋ ਵੀ ਸਾਡਾ ਘਰ ਟੁੱਟ ਗਿਆ ਮੀਂਹ ਦੇ ਨਾਲ, ਤੇ ਇਸ ਕਰਕੇ ਉਹਨੂੰ ਬਚਾਉਣ ਵਾਸਤੇ ਸਾਨੂੰ ਇਹ ਲੱਕੜ ਚਾਹੀਦੀ ਹੈ। ਤੇ ਇਸ ਤਰ੍ਹਾਂ ਜਾ ਕੇ ਆਪਣਾ ਦੁੱਖ ਮੁਸੀਬਤ ਉਸ ਨੂੰ ਦੱਸਣਾ ਕਰੋ। ਪੁਰਹੁ ਕਾਮਨਾ ਜਿਮ ਉਰਤਾਰੋ। ਤੇ ਉਸ ਨੂੰ ਜਾ ਕੇ ਕਹੋ ਵੀ ਜਿਵੇਂ ਵੀ ਤੂੰ ਜਾਣਦਾ ਹੈ ਨਾ, ਜੋ ਵੀ ਖਰਚਾ ਲੈਣਾ, ਮਾਇਆ ਲੈਣੀ ਆਪਣੀ ਲੱਕੜ ਦੀ, ਤੈਨੂੰ ਮਾਇਆ ਵੀ ਮਿਲ ਜਾਏਗੀ। ਤੇਰੇ ਕੋਲ ਕੋਈ ਵੀ ਇਹ ਮੀਂਹ ਨੂੰ ਰੋਕਣ ਦਾ ਕੋਈ ਯਤਨ ਹੈ, ਕੋਈ ਸਾਧਨ ਹੈ ਤੇ ਸਾਡੀ ਮਦਦ ਕਰ। ਤੂੰ ਪਿੰਡ ਦਾ ਚੌਧਰੀ ਹੈ, ਅਮੀਰ ਆਦਮੀ ਹੈ, ਤੇਰੇ ਕੋਲ ਸਾਧਨ ਹੈ ਨਾ, ਤੇ ਜਿੰਨਾ ਖਰਚਾ ਚਾਹੀਦਾ, ਮਾਇਆ ਚਾਹੀਦੀ, ਉਹ ਅਸੀਂ ਤੈਨੂੰ ਦੇ ਸਕਦੇ ਹਾਂ। ਸੁਣ ਦਾਸ ਗਮਨਿਓ ਤਤਕਾਲ। ਕਹਿਣ ਲੱਗੇ ਵੀ ਉਸ ਵੇਲੇ ਸੁਣ ਕੇ ਨਾ ਜਿਹੜਾ ਸੇਵਾਦਾਰ ਬਚਨ ਬੀਬੀ ਰਾਜ ਕੌਰ ਦੇ, ਤੇ ਉਹ ਚੌਧਰੀ ਦੇ ਘਰੇ, ਜਿਹੜਾ ਇਸ ਮਣੀ ਮਾਜਰੇ ਦਾ ਚੌਧਰੀ ਹੈ ਨਾ, ਉਹਦੇ ਘਰੇ ਉਸ ਵੇਲੇ ਪਹੁੰਚਿਆ ਹੈ। ਜਾਏ ਜਗਾਇਓ ਸਗਨ ਉਤਲ। ਤੇ ਜਾ ਕੇ ਉਹਦਾ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਜਾ ਕੇ ਹੱਥ ਮਾਰਿਆ ਤੇ ਉਸ ਵੇਲੇ ਆਵਾਜ਼ ਦਿੱਤੀ, ਉੱਚੀ ਆਵਾਜ਼ ਦੇ ਵਿੱਚ। ਉਹ ਜਿਹੜਾ ਚੌਧਰੀ ਸੁੱਤਾ ਹੋਇਆ ਸੀ ਉਸ ਵੇਲੇ ਉਸ ਨੂੰ ਉਠਾਇਆ ਹੈ। ਘਰ ਮਾਤਾ ਕੋ ਟੁੱਟਿਓ ਸ਼ਤੀਰ। ਤੇ ਜਾ ਕੇ ਦੱਸਿਆ, ਕਹਿਣ ਲੱਗੇ ਵੀ ਜੋ ਸਾਡੇ ਮਾਤਾ ਜੀ ਨੇ ਨਾ, ਸਤਿਕਾਰਯੋਗ ਬੀਬੀ ਰਾਜ ਕੌਰ ਜੀ, ਮੈਂ ਉਹਨਾਂ ਦੇ ਘਰ ਵਿੱਚੋਂ ਆਇਆ। ਸੇਵਾਦਾਰ ਨੇ ਜਾ ਕੇ ਦੱਸਿਆ ਚੌਧਰੀ ਨੂੰ, ਤੇ ਸਾਡੇ ਘਰ ਦਾ ਸ਼ਤੀਰ ਟੁੱਟ ਗਿਆ ਤੇ ਉਹਦੇ ਨਾਲ ਛੱਤ ਜਿਹੜੀ ਉਹ ਟੁੱਟ ਗਈ ਹੈ, ਡਿੱਗ ਗਈ ਹੈ, ਤੇ ਉੱਪਰੋਂ ਮੀਂਹ ਪੈਂਦਾ ਪਿਆ ਤੇ ਸਾਡੇ ਘਰ ਬੜੀ ਮੁਸੀਬਤ ਆ ਗਈ ਹੈ। ਇਹ ਕਾਰਿਓ ਚਲੀਏ ਤੀਰ। ਤੇ ਤੁਹਾਨੂੰ ਬੁਲਾਇਆ ਹੈ, ਤੁਸੀਂ ਵੀ ਸਾਡੇ ਨਾਲ ਚੱਲੋ, ਤੇ ਕੁਝ ਆਪਣੇ ਬੰਦੇ ਜਿਹੜੇ ਨੌਕਰ ਨੇ ਉਹ ਵੀ ਸਾਨੂੰ ਦਿਓ ਨਾਲ, ਸਾਡੀ ਮਦਦ ਕਰਨ ਜਾ ਕੇ। ਕੁਝ ਬੰਦੇ ਨਾਲ ਦੇ ਦਿਓ, ਕੁਝ ਸ਼ਤੀਰ ਦੇ ਦਿਓ। ਇਹ ਸਾਡੀ ਹੁਣ ਤੁਸੀਂ ਇਸ ਵੇਲੇ ਮਦਦ ਕਰਨੀ ਕਰੋ। ਅਪਰ ਵਾਰਤਾ ਸਕਲ ਸੁਣਾਈ। ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਸੀ ਨਾ, ਦੁੱਖ ਦੀਆਂ, ਮੁਸੀਬਤ ਦੀਆਂ, ਵੀ ਮੀਂਹ ਪੈਂਦਾ ਪਿਆ, ਕਿਵੇਂ ਛੱਤ ਟੁੱਟੀ ਹੈ, ਉਹ ਹੁਣ ਬਚਾ ਕਿਵੇਂ ਹੋ ਸਕਦਾ, ਇਹ ਸੇਵਾਦਾਰ ਨੇ ਸਾਰੀਆਂ ਛੇਤੀ ਛੇਤੀ ਉਹ ਗੱਲਾਂ ਦੱਸ ਦਿੱਤੀਆਂ ਚੌਧਰੀ ਨੂੰ, ਵੀ ਚੌਧਰੀ ਸਾਹਿਬ ਵੀ ਅਸੀਂ ਬੜੀ ਮੁਸੀਬਤ ਵਿੱਚ ਪੈ ਗਏ ਆ, ਤੇ ਤੁਸੀਂ ਸਾਡੇ ਨਾਲ ਚੱਲ ਕੇ ਸਾਡੀ ਮਦਦ ਕਰਨਾ ਕਰੋ। ਤੋ ਧਨੀ ਕੁਛ ਮਨ ਹੈ ਭਾਈ। ਕਹਿਣ ਲੱਗੇ ਵੀ ਇਹ ਬੰਦਾ ਚੌਧਰੀ ਮਾਇਆਧਾਰੀ ਸੀ, ਤੇ
ਮਾਇਆਧਾਰੀ ਬੰਦੇ ਦਾ ਨਖਰਾ ਥੋੜ੍ਹਾ ਉੱਚਾ ਹੀ ਹੁੰਦਾ, ਉਹਨੂੰ ਨਹੀਂ ਗਰੀਬ ਤੋਂ ਉਹਨੇ ਆਮ ਤੋਂ ਕੀ ਲੈਣਾ ਹੈ। ਤੇ ਉਹਨੂੰ ਮਾਣ ਸੀ ਵੀ ਮੇਰੇ ਕੋਲ ਬੜੀ ਮਾਇਆ ਤੇ ਮੈਂ ਧਨਾੜਾਂ ਗੱਲਾਂ ਤੇ ਉਹਨੇ ਸਾਰੀਆਂ ਸੁਣੀਆਂ, ਪਰ ਗੱਲ ਉਹਨੂੰ ਕੋਈ ਬਹੁਤੀ ਜਚੀ ਨਹੀਂ ਹੈ, ਬਹੁਤਾ ਕੋਈ ਨੇ ਧਿਆਨ ਜਿਹਾ ਨਹੀਂ ਦਿੱਤਾ। ਸੁਣੀ ਸੁਣਾਈ ਗੱਲ ਨੂੰ ਅਣਸੁਣੀ ਜਿਹਾ ਕਰ ਛੱਡਿਆ। ਮਾਇਆ ਦਾ ਮਾਣ ਹੋਣ ਕਰਕੇ, ਧਨਾੜ ਆਦਮੀ ਹੋਣ ਕਰਕੇ ਉਸਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਹੈ। ਮਰਖਾਂ ਅਧਿਕ ਤਿਮਰ ਘਨਸ਼ਾਇਓ। ਉਹਨੇ ਅੱਗੋਂ ਬਹਾਨਾ ਲਾਇਆ, ਕਹਿਣ ਲੱਗਾ ਵੀ ਇਸ ਵੇਲੇ ਮੈਂ ਕੀ ਕਰਾਂ। ਇੱਕ ਤੇ ਬੜਾ ਮੀਂਹ ਪੈਂਦਾ ਪਿਆ, ਵੇਖੋ ਬੜੀ ਜ਼ੋਰ ਦੀ ਮੋਹਲੇ ਧਾਰ ਵਰਖਾ ਹੋ ਰਹੀ ਹੈ, ਤੇ ਦੂਜਾ ਕਾਰਨ ਇਹ ਹੈ ਵੀ ਹੁਣ ਅੱਧੀ ਰਾਤ ਦਾ ਟਾਈਮ ਹੈ। ਉਸ ਵੇਲੇ ਕਿਹੜਾ ਕੋਈ ਇੰਨਾ ਚਾਨਣ ਦੇ ਸਾਧਨ ਸਨ, ਵੀ ਅੱਜ ਤੇ ਆਪਣੇ ਕੋਲ ਸਾਰਾ ਕੁਝ ਹੀ ਹੈ ਨਾ ਚਾਨਣ ਕਰਨ ਵਾਸਤੇ, ਬਲਬ, ਬੈਟਰੀ, ਟਾਰਚ ਵਗੈਰਾ ਜੋ ਵੀ ਆਪਾਂ ਕਰ ਸਕਦੇ। ਪਰ ਉਹਨਾਂ ਸਮਿਆਂ ਵਿੱਚ ਕੀ ਮਸ਼ਾਲ ਵਗੈਰਾ ਲੋਕ ਜਗਾਉਂਦੇ ਸਨ, ਲਾਲਟੈਨ ਜਗਾ ਲੈਣਗੇ ਤੇ ਉਹ ਮੀਂਹ ਦੇ ਵਿੱਚ ਉੱਥੇ ਕੀ ਪਤਾ ਲੱਗਣਾ। ਚੌਧਰੀ ਕਹਿਣ ਲੱਗਾ ਵੀ ਦੋ ਗੱਲਾਂ ਨੇ, ਇੱਕ ਤੇ ਮੀਂਹ ਬਹੁਤ ਜ਼ਿਆਦਾ ਪੈਂਦਾ ਪਿਆ ਤੇ ਦੂਜੀ ਗੱਲ ਹੈ ਵੀ ਇਸ ਵੇਲੇ ਬੜਾ ਜ਼ਿਆਦਾ ਹਨੇਰਾ ਹੈ। ਜਤਨ ਨ ਬਨੈ ਅਵੈ ਕਿਤ ਜਾਇਓ। ਤੇ ਹੁਣ ਕੋਈ ਹੋਣਾ ਕੁਝ ਨਹੀਂ ਹੈ। ਮੈਂ ਤੁਹਾਨੂੰ ਐਵੇਂ ਝੂਠਾ ਲਾਰਾ ਲਾ ਦਿਆਂ ਵੀ ਮੈਂ ਉਹ ਕਰ ਦਿਆਂਗਾ, ਜੇ ਕਰ ਦਿਆਂਗਾ, ਹੋਣਾ ਕੱਖ ਨਹੀਂ। ਮੀਂਹ ਪੈਂਦਾ ਪਿਆ, ਜੇ ਆਪਾਂ ਯਤਨ ਕਰਾਂਗੇ ਨਾ ਤੇ ਤਾਂ ਵੀ ਕੁਝ ਨਹੀਂ ਹੋਣਾ। ਮੀਂਹ ਦੇ ਵਿੱਚ ਕੁਝ ਨਹੀਂ ਜੀ ਹੋਣਾ। ਇੱਕ ਤੇ ਮੀਂਹ ਪੈਂਦਾ, ਇੱਕ ਹਨੇਰਾ ਹੈ। ਹਨੇਰਾ ਹੋਣ ਕਰਕੇ, ਮੀਂਹ ਹੋਣ ਕਰਕੇ ਕੁਝ ਨਹੀਂ ਹੋਣਾ, ਤੇ ਨਾ ਇਸ ਵੇਲੇ ਕਿਤੇ ਜਾਇਆ ਜਾਣਾ। ਸੇਵਾਦਾਰ ਨੇ ਆਖਿਆ ਸੀ ਨਾ ਵੀ ਨਾਲ ਚੱਲੋ ਸਾਡੇ, ਉਹ ਕਹਿਣ ਲੱਗਾ ਵੀ ਇੰਨੇ ਮੀਂਹ ਵਿੱਚ ਮੈਂ ਕਿੱਧਰ ਨੂੰ ਜਾਵਾਂ, ਗਲੀਆਂ ਸਾਰੀਆਂ ਚਿੱਕੜ ਨਾਲ ਭਰ ਗਈਆਂ, ਮੀਂਹ ਪੈਂਦਾ ਪਿਆ, ਨਾ ਮੇਰੇ ਤੋਂ ਤੁਹਾਡੇ ਨਾਲ ਜਾਇਆ ਜਾਣਾ, ਨਾ ਮੈਂ ਇਸ ਵੇਲੇ ਕੋਈ ਮਦਦ ਕਰ ਸਕਦਾ ਹਾਂ। ਜਾਏ ਦਾਸ ਤਤਕਾਲ ਬਖਾਨੀ। ਉਸ ਵੇਲੇ ਦਾਸ ਨੇ ਸੁਣਿਆ ਬਚਨ ਚੌਧਰੀ ਦਾ ਵੀ ਚੌਧਰੀ ਮੁਕਰ ਗਿਆ, ਜਾਣ ਨੂੰ ਤਿਆਰ ਨਹੀਂ ਹੈ। ਇਹ ਦਾਸ ਨੇ ਜਾ ਕੇ ਉਹ ਸਾਰੀ ਗੱਲ ਫਿਰ ਮਾਤਾ ਰਾਜ ਕੌਰ ਨੂੰ ਦੱਸ ਦਿੱਤੀ। ਕਹਿਣ ਲੱਗਾ ਜੀ ਉਹ ਚੌਧਰੀ ਤੇ ਆਉਣ ਤੋਂ ਨਾ ਕਰਦਾ ਹੈ। ਰਾਜ ਕੌਰ ਪੁਨ ਸੁਨ ਕਹਿ ਬਾਨੀ। ਉਸ ਵੇਲੇ ਰਾਜ ਕੌਰ ਬੀਬੀ ਨੇ ਸੁਣੇ ਨਾ ਜਦੋਂ ਬਚਨ ਰਾਮ ਰਾਏ ਦੀ ਪਤਨੀ ਨੇ, ਚੌਧਰੀ ਆਖਦਾ ਵੀ ਅੱਧੀ ਰਾਤ ਦਾ ਟਾਈਮ, ਹਨੇਰਾ ਤੇ ਮੀਂਹ ਪੈਂਦਾ ਤੇ ਮੈਂ ਨਹੀਂ ਆ ਸਕਦਾ ਤੇ ਕੋਈ ਮਦਦ ਨਹੀਂ ਪਹੁੰਚ ਸਕਦੀ ਹੈ। ਇਹ ਗੱਲ ਸੁਣ ਕੇ ਬੀਬੀ ਰਾਜ ਕੌਰ ਫਿਰ ਉਹ ਅੱਗੋਂ ਆਖਣ ਲੱਗੇ ਹਨ ਚੌਧਰੀ ਦੂਸਰ ਜੋਈ। ਕਹਿਣ ਲੱਗੇ ਵੀ ਚਲੋ ਛੱਡੋ, ਨਹੀਂ ਆਉਂਦਾ ਤੇ ਨਾ ਸਹੀ। ਇੱਕ ਪਿੰਡ ਦੇ ਵਿੱਚ ਹੋਰ ਵੀ ਚੌਧਰੀ ਹੈ, ਉਹ ਥੋੜ੍ਹਾ ਜਿਹਾ ਇਹਦੇ ਨਾਲੋਂ ਛੋਟਾ ਹੈ। ਪਹਿਲਾਂ ਤਾਂ ਜਿਹੜਾ ਸਾਰਿਆਂ ਤੋਂ ਵੱਡਾ ਚੌਧਰੀ ਸੀ ਨਾ, ਅਮੀਰ ਆਦਮੀ, ਪਹਿਲਾਂ ਉਹਦੇ ਘਰੇ ਭੇਜਿਆ। ਉਹਨੇ ਆਖਿਆ ਵੀ ਮੀਂਹ ਪੈਂਦਾ ਤੇ ਹੋ ਕੁਝ ਨਹੀਂ ਸਕਦਾ, ਹਨੇਰਾ ਹੈ। ਤੇ ਬੀਬੀ ਰਾਜ ਕੌਰ ਕਹਿਣ ਲੱਗੀ ਵੀ ਚਲੋ ਜੇ ਇਹ ਨਹੀਂ ਨਾ ਆਉਂਦਾ ਤੇ ਪਿੰਡ ਦੇ ਵਿੱਚ ਇੱਕ ਹੋਰ ਛੋਟਾ ਚੌਧਰੀ ਰਹਿੰਦਾ ਇਹਦੇ ਤੋਂ, ਉਹਦੇ ਕੋਲ ਫਿਰ ਜਾਣਾ ਕਰੋ। ਪਹੁੰਚੋ ਤੁਰਤ ਹਕਾਰੋ ਸੋਈ। ਉਸ ਦੇ ਕੋਲ ਜਾ ਕੇ ਉਹਨੂੰ ਕਹੋ ਵੀ ਵੱਡੇ ਚੌਧਰੀ ਨੇ ਤੇ ਮਦਦ ਨਹੀਂ ਕੀਤੀ ਹੈ ਤੇ ਤੂੰ ਸਾਡੀ ਮਦਦ ਕਰ, ਵੀ ਇਸ ਵੇਲੇ ਅਸੀਂ ਬੜੀ ਵਿਪਤਾ ਵਿੱਚ ਫਸੇ ਹੋਏ ਹਾਂ, ਮੀਂਹ ਪੈਂਦਾ ਪਿਆ ਤੇ ਸਾਡੇ ਤੋਂ ਕੋਈ ਯਤਨ ਨਹੀਂ ਹੁੰਦਾ ਹੈ। ਕਰਕੇ ਨਰ ਅਰ ਲਿਆਏ ਸ਼ਤੀਰ। ਤੇ ਉਹਨੂੰ ਇਹ ਵੀ ਬੇਨਤੀ ਕਰੋ ਵੀ ਇੱਕ ਤੇ ਸ਼ਤੀਰ ਆਪਣੇ ਘਰੋਂ ਚੁਕਵਾ ਤੇ ਇੱਕ ਆਪਣੇ ਜਿੰਨੇ ਤੇਰੇ ਘਰੇ ਬੰਦੇ ਨੇ ਨਾ ਨੌਕਰ ਚਾਕਰ, ਉਹ ਵੀ ਨਾਲ ਹੀ ਲੈ ਕੇ ਆ। ਬੰਦਿਆਂ ਦਾ ਕੰਮ ਹੈ ਨਾ, ਭਾਰੀ ਕੰਮ ਹੈ, ਸ਼ਤੀਰ ਨੂੰ ਚੁੱਕ ਕੇ ਰੱਖਣਾ, ਛੱਤ ਦਾ ਕੱਖ ਕਰਨਾ, ਇਕੱਠਾ ਕਰਨਾ, ਮਿੱਟੀ ਵਗੈਰਾ ਪਾਉਣੀ। ਮੀਂਹ ਪੈਂਦਾ ਪਿਆ, ਬੰਦਿਆਂ ਦੀ ਲੋੜ ਹੈ। ਛੋਟੇ ਚੌਧਰੀ ਨੂੰ ਜਾ ਕੇ ਕਹੋ ਵੀ ਲੱਕੜ ਵੀ ਦੇਵੇ, ਸ਼ਤੀਰ ਵੀ ਦੇ ਦੇਵੇ ਤੇ ਕੁਝ ਆਪਣੇ ਨੌਕਰ ਵੀ ਨਾਲ ਭੇਜਣਾ ਕਰੇ। ਪੂਰੇ ਨਿਆਏ ਜਾਓ ਤਿਸਤੀਰ। ਤੇ ਉਸ ਨੂੰ ਇਹ ਵੀ ਗੱਲ ਕਹੋ ਵੀ ਬੜੀ ਛੇਤੀ ਦੇ ਨਾਲ ਆਵੇ, ਟਾਈਮ ਨਾ ਲਾਵੇ। ਤੇ ਇਹ ਦੂਜੀ ਵਾਰੀ ਫਿਰ ਬੀਬੀ ਰਾਜ ਕੌਰ ਨੇ ਨਾ ਇੱਕ ਸੇਵਾਦਾਰ ਨੂੰ ਛੋਟੇ ਚੌਧਰੀ ਦੇ ਵੱਲੇ ਬੁਲਾਉਣ ਵਾਸਤੇ ਤੇ ਸੁਨੇਹਾ ਦੇਣ ਵਾਸਤੇ ਭੇਜਿਆ ਹੈ। ਆਏ ਦਾਸ ਤਿਸਕੇ ਘਰ ਗਇਓ। ਇਹ ਜਿਹੜਾ ਦਾਸ ਸੀ ਨਾ, ਉਸ ਵੇਲੇ ਛੇਤੀ ਦੇ ਨਾਲ ਦੌੜ ਕੇ ਛੋਟੇ ਚੌਧਰੀ ਦਾ ਘਰ ਪੁੱਛ ਕੇ ਤੇ ਉਹਦੇ ਘਰੇ ਜਾ ਕੇ ਪਹੁੰਚਾ ਹੈ। ਕਾਰਜ ਸਕਲ ਸੁਨਾਵਤ ਭਇਓ। ਤੇ ਜਾ ਕੇ ਉਹਨੂੰ ਦੱਸਿਆ। ਕਹਿਣ ਲੱਗੇ ਜੀ ਸਾਡੀ ਇਸ ਤਰ੍ਹਾਂ ਛੱਤ ਡਿੱਗ ਪਈ ਹੈ, ਮੀਂਹ ਪੈਂਦਾ ਪਿਆ ਤੇ ਸਾਡੀ ਕੋਈ ਮਦਦ ਨਹੀਂ ਕਰਦਾ, ਤੇ ਤੁਸੀਂ ਸਾਡੀ ਮਦਦਗਾਰ ਹੋ ਜਾਓ, ਮਦਦ ਕਰੋ। ਸਾਡਾ ਸ਼ਤੀਰ ਟੁੱਟ ਗਿਆ, ਇੱਕ ਸ਼ਤੀਰ ਦੇ ਦਿਓ, ਨਾਲੇ ਕੁਝ ਨੌਕਰ ਆਪਣੇ ਦੇਣਾ ਕਰੋ। ਚਲੋ ਯਤਨ ਕਰ ਛਾਤ ਸੁਧਾਰੋ। ਇਸ ਕਰਕੇ ਚਲੋ ਜੀ ਸਾਡੇ ਨਾਲ, ਇਸ ਵੇਲੇ ਅਸੀਂ ਬੜੀ ਵਿਪਤਾ 'ਚ ਫਸੇ ਹਾਂ ਤੇ ਸਾਡੀ ਛੱਤ ਦਾ ਪ੍ਰਬੰਧ ਹੋ ਜਾਏ। ਜੇ ਤੁਸੀਂ ਨਾਲ ਬੰਦੇ ਭੇਜ ਦਿਓਗੇ, ਨਾਲ ਕੋਈ ਸਾਡੀ ਮਦਦ ਕਰ ਦਿਓਗੇ ਤੇ ਇਸ ਵੇਲੇ ਮੀਂਹ ਤੋਂ ਅਸੀਂ ਬਚ ਸਕਦੇ। ਤੇ ਚਲੋ ਸਾਡੇ ਨਾਲ ਤੇ ਚੱਲ ਕੇ ਸਾਡੀ ਮਦਦ ਕਰਨਾ ਕਰੋ। ਅਭਿਲਾਖਾ ਜਿਵੇਂ ਧਾਰੋ। ਅਤੇ ਫਿਰ ਤੇਰੇ ਮਨ ਦੀਆਂ ਜਿਹੜੀਆਂ ਇੱਛਾ ਨੇ ਨਾ, ਉਹ ਪੂਰੀਆਂ ਹੋ ਜਾਣਗੀਆਂ, ਜੋ ਵੀ ਤੇਰੀ ਇੱਛਾ ਹੈ। ਸੁਨਤ ਜਾਟ ਚਿਤ ਵਿਖੈ ਵਿਚਾਰੈ। ਕਹਿਣ ਲੱਗੇ ਵੀ ਇਹ ਜੱਟ ਸੀ, ਜਿਹੜਾ ਛੋਟਾ ਚੌਧਰੀ ਹੈ ਨਾ, ਇਹ ਜੱਟ ਜਾਤ ਦਾ ਹੈ। ਤੇ ਜਦੋਂ ਇਹਨੇ ਸੁਣੀ ਨਾ ਗੱਲ ਵੀ ਛੱਤ ਟੁੱਟ ਗਈ ਹੈ ਤੇ ਸ਼ਤੀਰ ਚਾਹੀਦਾ, ਮੇਰੇ ਬੰਦਿਆਂ ਦੀ ਵੀ ਲੋੜ ਹੈ, ਮੇਰੀ ਵੀ ਮਦਦ ਦੀ ਲੋੜ ਹੈ। ਕਹਿਣ ਲੱਗੇ ਵੀ ਇਹ ਚੌਧਰੀ ਜੱਟ ਨੇ ਉਸ ਵੇਲੇ ਮਨ ਵਿੱਚ ਫਿਰ ਸੋਚਣ ਲੱਗ ਪਿਆ ਹੈ। ਮਮ ਕੁਲ ਰਾਜ ਕਰਹਿ ਦੁਖ ਟਾਰੈ। ਮਨ ਵਿੱਚ ਸੋਚਦਾ ਵੀ ਮਮ ਕੁਲ ਰਾਜ ਕਰੈ ਦੁਖ ਟਾਰੈ।
ਜੇ ਮੈਂ ਇਹਨਾਂ ਦੀ ਕਿਤੇ ਸੇਵਾ ਕਰਾਂ ਤੇ ਹੋ ਸਕਦਾ ਮੇਰੀ ਕੁੱਲ ਨੂੰ ਕੋਈ ਵਾਰੀ ਮਿਲ ਜਾਵੇ। ਇਹ ਗੁਰੂ ਪਰਿਵਾਰ ਵਿੱਚੋਂ ਆਏ ਨੇ, ਗੁਰੂਆਂ ਦੇ ਨਾਲ, ਗੁਰੂ ਘਰ ਦੇ ਨਾਲ ਇਹਨਾਂ ਦਾ ਸੰਬੰਧ ਹੈ, ਤੇ ਹੋ ਸਕਦਾ ਮੈਨੂੰ ਵਾਰੀ ਦੇ ਦੇਣ, ਮੇਰੀ ਕੁੱਲ ਨੂੰ ਕਿਤੇ ਰਾਜ ਭਾਗ ਕੋਈ ਸੁੱਖ ਹੀ ਮਿਲ ਜਾਵੇ, ਦੁੱਖ ਜਿਹੜੇ ਮੇਰੇ ਘਰੇ ਵਿਪਤਾ ਪਈ ਆ ਉਹ ਟਲ ਜਾਵੇ। ਇਹ ਗੱਲਾਂ ਮਨ ਵਿੱਚ ਸੋਚਦਾ ਹੈ। ਦੇਸ਼ ਤੀਰ ਕਰਕੇ ਨਰ ਜਲ। ਉਸ ਵੇਲੇ ਸੁਣ ਕੇ ਨਾ ਬਚਨ ਤੇ ਕਹਿਣ ਲੱਗੇ, ਜਿਹੜਾ ਛੋਟਾ ਚੌਧਰੀ ਹੈ ਨਾ, ਕਹਿਣ ਲੱਗਾ ਮਨ ਵਿੱਚ ਸੋਚ ਕੇ ਵੀ ਇੱਥੋਂ ਮੈਨੂੰ ਕੁਝ ਮਿਲੇਗਾ ਜ਼ਰੂਰ। ਆਪਣੇ ਕੁਝ ਬੰਦੇ ਨਾਲ ਲੈ ਕੇ ਚੱਲ ਪਿਆ ਤੇ ਨਾਲ ਹੀ ਇਹਨੇ ਸ਼ਤੀਰ ਵੀ ਇੱਕ ਚੁੱਕ ਲਿਆ, ਵੱਡੀ ਸਾਰੀ ਲੱਕੜ, ਚੰਗਾ ਵੱਡਾ ਮੋਛਾ ਛੱਤ ਨੂੰ ਚੁੱਕਣ ਵਾਲਾ ਸ਼ਤੀਰ ਵੀ ਨਾਲ ਲੈ ਲਿਆ। ਤੇ ਉਸ ਵੇਲੇ ਕਹਿਣ ਲੱਗੇ, ਕੁਝ ਬੰਦੇ ਨਾਲ ਲੈ ਲਏ ਹਨ। ਵਰਖਾ ਤਿਮਰ ਵਿਖੈਤੈ ਚੱਲ। ਭਾਵੇਂ ਗੁਰਮੁਖੋ ਮੀਂਹ ਪੈਂਦਾ ਪਿਆ ਤੇ ਭਾਵੇਂ ਹਨੇਰਾ ਹੈ, ਇਹਨੇ ਪਰਵਾਹ ਨਹੀਂ ਕੀਤੀ ਚੌਧਰੀ ਨੇ, ਛੋਟੇ ਚੌਧਰੀ ਨੇ। ਚੱਲ ਪਿਆ, ਕਹਿਣ ਲੱਗਾ ਵੇਖੀ ਜਾਏਗੀ, ਮੀਂਹ ਤੇ ਰੋਜ਼ ਹੀ ਪੈਂਦਾ, ਕਈ ਵਾਰੀ ਪਿਆ, ਮੀਂਹ ਦੇ ਵਿੱਚ ਕਿਹੜਾ ਮੈਂ ਖੁਰ ਚੱਲਿਆ, ਤੇ ਹਨੇਰੇ ਦਾ ਕੋਈ ਨਾ ਕੋਈ ਜੁਗਾੜ ਕਰ ਲਵਾਂਗੇ, ਪ੍ਰਬੰਧ ਕਰ ਲਵਾਂਗੇ। ਨਹੀਂ, ਪਰਵਾਹ ਨਹੀਂ ਕੀਤੀ, ਹਨੇਰੇ ਵਿੱਚ ਤੇ ਮੀਂਹ ਵਿੱਚ ਹੀ ਨਾਲ ਤੁਰ ਪਿਆ ਮਦਦ ਕਰਨ ਵਾਸਤੇ। ਜਾਏ ਤੁਰਤ ਕਰ ਬੰਦ ਸੁਨਾਇਓ। ਉਸ ਵੇਲੇ ਜਾ ਕੇ ਤੇ ਛੇਤੀ ਦੇ ਨਾਲ ਉਹ ਸੇਵਾਦਾਰ ਜਿਹੜਾ ਸੀ ਨਾ ਆਇਆ ਸੱਦਣ ਵਾਸਤੇ, ਉਹਨੇ ਜਾ ਕੇ ਬੀਬੀ ਰਾਜ ਕੌਰ ਨੂੰ ਬੇਨਤੀ ਕੀਤੀ ਵੀ ਛੋਟਾ ਚੌਧਰੀ ਨਾਲ ਆ ਗਿਆ ਹੈ, ਫਰਮਾਵੋ ਮੈਂ ਲੈ ਕਰ ਆਇਓ। ਤੇ ਦੱਸੋ ਵੀ ਹੁਣ ਕੀ ਕਰਨਾ ਹੈ। ਚੌਧਰੀ ਆ ਗਿਆ, ਨਾਲ ਉਹਦੇ ਨੌਕਰ ਚਾਕਰ ਵੀ ਆ ਗਏ ਨੇ, ਸ਼ਤੀਰ ਵੀ ਅਸੀਂ ਲੈ ਆਂਦਾ, ਤੇ ਹੁਣ ਦੱਸੋ ਵੀ ਅੱਗੇ ਅਸੀਂ ਕੀ ਕਰਨਾ ਹੈ। ਰਾਜਕੁਮਾਰ ਤੈ ਸਾਥ ਉਚਾਰਾ। ਉਸ ਵੇਲੇ ਬੀਬੀ ਰਾਜ ਕੌਰ ਜੀ ਕਹਿਣ ਲੱਗੇ, ਕਹਿੰਦੇ ਧਿਆਨ ਦੇ ਨਾਲ ਫਿਰ ਜਿਹੜਾ ਬਚਨ ਹੈ ਨਾ ਉਹ ਇਸ ਵੇਲੇ ਸੁਣਨਾ ਕਰੋ। ਛਾਤ ਬਣਾਵੋ ਤਿਸੀ ਪ੍ਰਕਾਰ। ਜਾ ਕੇ ਚੌਧਰੀ ਨੂੰ ਇਹ ਗੱਲ ਕਹਿ ਦਿਓ ਵੀ ਜਿਵੇਂ ਇਸ ਕੋਠੇ ਦੀ ਪਹਿਲਾਂ ਛੱਤ ਸੀ ਨਾ, ਉਸੇ ਤਰ੍ਹਾਂ ਛੱਤ ਨੂੰ ਬਣਾ ਦੇਵੇ, ਉਸੇ ਤਰ੍ਹਾਂ ਹੀ ਕਰੇ ਜਿਵੇਂ ਪਹਿਲਾਂ ਸੀ। ਜੇ ਕੋਈ ਕੰਧ ਟੁੱਟ ਗਈ ਹੈ ਤੇ ਉਹਦਾ ਪ੍ਰਬੰਧ ਕਰਕੇ ਉਹਨੂੰ ਉੱਥੋਂ ਚੰਗਾ ਬਣਾ ਦਿੱਤਾ ਜਾਵੇ, ਤੇ ਦੁਬਾਰਾ ਸ਼ਤੀਰ ਰੱਖ ਕੇ, ਕੱਖ ਕਾਨਾ ਰੱਖ ਕੇ ਉਹਦੇ ਉੱਪਰ ਤੇ ਛੱਤ ਦੁਬਾਰਾ ਪੈ ਜਾਵੇ, ਤੇ ਮੀਂਹ ਦਾ ਪਾਣੀ ਅੰਦਰੋਂ ਆਉਣਾ ਬੰਦ ਹੋਵੇ। ਸੋ ਇਸ ਤਰ੍ਹਾਂ ਦੁਬਾਰਾ ਫਿਰ ਉਸੇ ਛੱਤ ਨੂੰ ਤਿਆਰ ਕਰਨਾ ਕਰੋ। ਊੜ ਕਾਮਰੀ ਲਗੇ ਬਣਾਵਨ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਉਹ ਜਿਹੜੇ ਸਾਰੇ ਬੰਦੇ ਸਨ, ਉਹਨਾਂ ਨੇ ਆਪਣੇ ਉੱਪਰ ਕੰਬਲ ਕਿਸੇ ਨੇ ਲੈ ਲਿਆ, ਕਿਸੇ ਨੂੰ ਕੋਈ ਚਾਦਰ, ਕੋਈ ਹੋਰ ਤੱਪੜ ਬੋਰੀ, ਜੋ ਵੀ ਉਹਨਾਂ ਨੂੰ ਮਿਲਿਆ ਨਾ ਆਪਣੇ ਉੱਪਰ ਰੱਖ ਕੇ, ਤੇ ਉਹ ਸਾਰੇ ਜਣ ਲੱਗ ਪਏ ਕੰਮ ਕਰਨ ਵਾਸਤੇ। ਦੀਪਕ ਕਰੇ ਜਲਾਵਨ। ਸਾਰਿਆਂ ਤੋਂ ਪਹਿਲਾਂ ਇਹਨਾਂ ਨੇ ਦੀਵੇ ਜਲਾਏ। ਉਸ ਵੇਲੇ ਚਾਨਣ ਦਾ ਸਾਧਨ ਦੀਵਾ ਹੀ ਸੀ। ਦੀਵੇ ਜਗਾ ਲਿਆ, ਲਾਲਟੈਨ ਵਗੈਰਾ ਜੋ ਵੀ ਹੈ, ਉਹ ਸਾਰੀਆਂ ਮਸ਼ਾਲਾਂ ਵਗੈਰਾ ਜਗਾ ਕੇ ਇਹਨਾਂ ਨੇ ਉਸ ਵੇਲੇ ਚਾਨਣ ਕੀਤਾ ਹੈ। ਉਪਾਵ ਸ਼ਤੀਰ ਟਿਕਾਵਾ। ਤੇ ਸਾਰੇ ਬੰਦਿਆਂ ਨੇ ਜ਼ੋਰ ਲਾ ਕੇ, ਤੇ ਜਿੱਥੋਂ ਸ਼ਤੀਰ ਟੁੱਟ ਕੇ ਥੱਲੇ ਡਿੱਗਾ ਸੀ ਨਾ, ਉੱਥੇ ਨਵਾਂ ਸ਼ਤੀਰ ਰੱਖ ਕੇ ਤੇ ਉਸ ਨੂੰ ਟਿਕਾਇਆ ਹੈ। ਗਨ ਕਾਸ਼ਟ ਤੇ ਸ਼ਾਬਾ। ਤੇ ਕਹਿਣ ਲੱਗੇ ਵੀ ਉੱਪਰ ਉਹ ਸ਼ਤੀਰ ਦੇ ਕੁਝ ਲੱਕੜਾਂ ਹੋਰ ਛੋਟੀਆਂ ਪਤਲੀਆਂ ਲੱਕੜਾਂ, ਹੌਲੀਆਂ ਲੱਕੜਾਂ ਰੱਖ ਕੇ ਤੇ ਉਸ ਨੂੰ ਟਕਿਆ ਹੈ। ਮ੍ਰਿਤਕਾ ਖਾਨ ਮ੍ਰਿਤਕਾ ਖਨ ਖਨ ਤੇ ਫਿਰ ਉਹਦੇ ਉੱਪਰ ਕੁਝ ਕੱਖ ਪਾਏ, ਸੁੱਕੇ ਕਾਂ ਦੇ ਡਿੱਬ ਦੇ ਵਗੈਰਾ ਹੋਰ ਵੀ ਕੱਖ ਵਗੈਰਾ ਪਾ ਕੇ, ਤੇ ਉਹਨਾਂ ਦੇ ਉੱਪਰ ਫਿਰ ਮਿੱਟੀ ਪੱਟ ਕੇ ਨਾ ਥੱਲਿਓਂ ਖੋਦ ਕੇ ਤੇ ਟੋਕਰੇ ਭਰ ਕੇ ਮਿੱਟੀ ਪਾ ਦਿੱਤੀ ਹੈ। ਪਰਾਤ ਲੋ ਭਈ ਬਣਾਈ। ਜਿੰਨੇ ਚਿਰ ਨੂੰ ਗੁਰਮੁਖੋ ਦਿਨ ਚੜ੍ਹਿਆ ਨਾ, ਉਹਨੇ ਚਿਰ ਨੂੰ ਇਹਨਾਂ ਨੇ ਰਾਤ ਨੂੰ, ਅੱਧੀ ਰਾਤ ਇਹ ਵਿਚਾਰੇ ਲੱਗੇ, ਤੇ ਉਹ ਸ਼ਤੀਰ ਰੱਖ ਕੇ, ਛੋਟੀਆਂ ਲੱਕੜਾਂ ਬਾਂਸ ਵਗੈਰਾ ਰੱਖ ਕੇ, ਉਹਦੇ ਉੱਪਰ ਕੱਖ ਪਾ ਕੇ, ਤੇ ਫਿਰ ਮਿੱਟੀ ਪਾ ਕੇ ਦਿਨ ਦੇ ਚਾਨਣ ਹੋਣ ਤੋਂ ਪਹਿਲਾਂ ਛੱਤ ਦਾ ਪ੍ਰਬੰਧ ਇਹਨਾਂ ਕਰ ਦਿੱਤਾ। ਉਸੇ ਤਰ੍ਹਾਂ ਪਹਿਲਾਂ ਵਾਂਗੂ ਛੱਤ ਬਣਾ ਦਿੱਤੀ ਹੈ। ਰਾਜਕੁਮਾਰ ਪਿਕ ਹਰ ਕੋ ਪੰਨਾ। ਤੇ ਕਹਿਣ ਲੱਗੇ ਵੀ ਇਹ ਬੀਬੀ ਰਾਜ ਕੌਰ ਨੇ ਜਦੋਂ ਸਵੇਰੇ ਵੇਖਿਆ ਨਾ ਵੀ ਛੱਤ ਉਸੇ ਤਰ੍ਹਾਂ ਪੈ ਗਈ ਹੈ, ਘਰ ਉਸੇ ਤਰ੍ਹਾਂ ਸਹੀ ਹੋ ਗਿਆ, ਤੇ ਬੀਬੀ ਰਾਜ ਕੌਰ ਜੀ ਉਸ ਵੇਲੇ ਬੜੇ ਖੁਸ਼ ਹੋਏ ਹਨ। ਕਹਿਓ ਲੇਹੋ ਬਰ ਹੋਏ ਪ੍ਰਸੰਨ। ਤੇ ਖੁਸ਼ ਹੋ ਕੇ ਉਸ ਵੇਲੇ ਬੀਬੀ ਨੇ ਆਖਿਆ, ਕਹਿਣ ਲੱਗੀ ਵੀ ਚੌਧਰੀ ਮੰਗ ਕੀ ਚਾਹੀਦਾ, ਜਿਹੜਾ ਵੀ ਤੈਨੂੰ ਵਰ ਚਾਹੀਦਾ ਨਾ, ਕੋਈ ਇੱਛਾ ਤੇਰੇ ਮਨ ਵਿੱਚ, ਜੋ ਵੀ ਤੂੰ ਫੁਰਨਾ ਲੈ ਕੇ ਆਇਆ, ਮੰਗ ਕੀ ਚਾਹੀਦਾ, ਜੋ ਮੰਗੇਗਾ ਤੈਨੂੰ ਮਿਲੇਗਾ ਜ਼ਰੂਰ। ਖੁਸ਼ ਹੋ ਕੇ ਉਸ ਵੇਲੇ ਵਰ ਮੰਗਣ ਵਾਸਤੇ ਬਚਨ ਕੀਤਾ ਹੈ। ਜੋ ਇਸ ਸਮੇਂ ਜਾਚਨਾ ਕਹੈ। ਸੋ ਕਹਿਣ ਲੱਗੇ, ਜੋ ਇਸ ਸਮੇਂ ਜਾਚਨਾ ਕਹੈ, ਜਿਹੜੀ ਚੀਜ਼ ਤੂੰ ਹੁਣ ਮੰਗੇਗਾ, ਇਹ ਤੈਨੂੰ ਬਚਨ ਦਿੱਤਾ, ਜਿਹੜੀ ਚੀਜ਼ ਤੂੰ ਮੰਗੇਗਾ ਨਾ, ਅਸੀਂ ਬਚਨ ਤੋਂ ਫਿਰਾਂਗੇ ਵੀ ਨਹੀਂ, ਵੀ ਇਹ ਤੈਨੂੰ ਨਹੀਂ ਮਿਲਣੀ, ਹੋਰ ਕੋਈ ਮੰਗ ਲਾ, ਨਹੀਂ, ਐਸਾ ਨਹੀਂ ਹੋਵੇਗਾ। ਜਿਹੜੀ ਚੀਜ਼ ਮੰਗ ਲਵੇਂਗਾ ਖਾਲੀ ਨਹੀਂ ਜਾਵੇਂਗਾ, ਇਹ ਤੇਰੀ ਝੋਲੀ ਭਰ ਦਿਆਂਗੇ ਉਸ ਬਚਨ ਦੇ ਨਾਲ। ਮੰਗ ਕੀ ਚਾਹੀਦਾ, ਤੇਰੀ ਸੇਵਾ ਤੋਂ ਅਸੀਂ ਖੁਸ਼ ਹੋ ਗਏ ਹਾਂ। ਮੈਂ ਸੰਸੈ ਮੁਝ ਤੇ ਸੋਲਾ ਹੈ। ਤੇ ਪਰ ਇਹ ਆ ਵੀ ਮੰਗਣ ਲੱਗਿਆ ਨਾ ਸੰਸਾ ਨਾ ਕਰੀ, ਮਨ ਵਿੱਚ ਭਰਮ ਨਾ ਰੱਖੀ, ਮਨ ਵਿੱਚ ਸ਼ੰਕਾ ਨਾ ਤੇਰੇ ਪੈਦਾ ਹੋ ਜਾਵੇ, ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ, ਵੀ ਇਹ ਕਿਤੇ ਗੱਲਾਂ ਦੇ ਨਾਲ ਤੇ ਨਹੀਂ ਮੈਨੂੰ ਖੁਸ਼ ਕਰਨ ਲੱਗੇ ਵੀ ਜਾ ਤੈਨੂੰ ਆ ਮਿਲ ਜਾਵੇ, ਮਿਲੇ ਬਾਅਦ ਵਿੱਚ ਭਾਵੇਂ ਨਾ। ਨਹੀਂ, ਸ਼ੰਕਾ ਨਾ ਕਰੀ, ਭਰੋਸਾ ਰੱਖੀ, ਮਿਲੇਗਾ ਜੋ ਤੂੰ ਮੰਗੇਗਾ।
ਤੇ ਭਰੋਸੇ ਦੇ ਨਾਲ ਸ਼ੰਕੇ ਤੋਂ ਬਿਨਾਂ ਹੋ ਕੇ ਮੰਗ ਵੀ ਕੀ ਚਾਹੀਦਾ ਹੈ। ਸੁਨਤ ਜਾਟ ਕਰ ਜੋਰ ਬਖਾਨਾ। ਉਹ ਜਿਹੜਾ ਜੱਟ ਚੌਧਰੀ ਸੀ ਨਾ, ਉਹਨੇ ਵੇਖਿਆ ਵੀ ਇਹ ਬੀਬੀ ਰਾਜ ਕੌਰ ਇਸ ਵੇਲੇ ਬੜੀ ਖੁਸ਼ ਹੈ ਤੇ ਮੈਨੂੰ ਮੰਗਿਆ ਇਨਾਮ ਮਿਲ ਜਾਣਾ। ਜੇ ਮੈਂ ਥੋੜ੍ਹਾ ਬਹੁਤਾ ਧਨ ਮੰਗਾਂਗਾ ਤੇ ਧਨ ਤੇ ਖਰਚਿਆਂ ਮੁੱਕ ਜਾਣਾ, ਸੋਨਾ ਚਾਂਦੀ ਵੀ ਮੰਗ ਲਿਆ ਤੇ ਉਹ ਵੀ ਖਰਚਿਆਂ ਮੁੱਕ ਜਾਣਾ, ਅੱਗੇ ਵੰਡ ਵੰਡਈਆ ਬਣ ਜਾਣਾ। ਜੇ ਹੁਣ ਮੰਗਣਾ ਹੀ ਹੈ ਤੇ ਫਿਰ ਹੁਣ ਚੰਗੀ ਤਰ੍ਹਾਂ ਮੰਗ ਲਈਏ ਨਾ। ਜੇ ਹੁਣ ਚਾਦਰ ਖੋਲ੍ਹਣੀ ਹੈ ਤੇ ਚੰਗੀ ਤਰ੍ਹਾਂ ਖੋਲ੍ਹਾਂ ਵੀ ਚੰਗਾ ਪਦਾਰਥ ਵੱਡਾ ਹੀ ਪ੍ਰਾਪਤ ਕਰਾਂ। ਤੇ ਉਸ ਵੇਲੇ ਫਿਰ ਉਸ ਜੱਟ ਚੌਧਰੀ ਨੇ ਹੱਥ ਜੋੜ ਕੇ ਫਿਰ ਆਖਿਆ, ਕਹਿਣ ਲੱਗੇ ਜੀ ਦੇਣ ਲੱਗੇ ਹੋ ਨਾ ਤੇ ਫਿਰ ਮੇਰੇ ਤੇ ਕਿਰਪਾ ਕਰਨੀ ਕਰੋ। ਰਈਅਤ ਹੋਣ ਮਹਾਂ ਦੁੱਖ ਜਾਨਾ। ਤੇ ਰਈਅਤ ਹੋਣ, ਸੋ ਰਈਅਤ ਰਿਆਸਤ ਮੈਨੂੰ ਪ੍ਰਾਪਤ ਹੋਵੇ, ਰਿਆਸਤ ਦਾ ਮੈਂ ਰਾਜਾ ਬਣ ਜਾਵਾਂ ਤੇ ਜਿਹੜੇ ਦੁੱਖ ਹਨ ਬਹੁਤ ਭਾਰੀ ਵੱਡੇ। ਜੇ ਤੁਮਰੋ ਮਨ ਕਰੁਣਾ ਧਰਿਓ। ਤੇ ਜੇ ਤੁਹਾਡਾ ਮਨ ਮੇਰੇ ਤੇ ਕਿਰਪਾ ਕਰਨ ਵਾਸਤੇ ਢਲ ਚੁੱਕਿਆ ਹੈ, ਜੈ ਰਾਜ ਮਹਿਤ ਸੁਖ ਭਰਿਓ। ਮੈਨੂੰ ਫਿਰ ਰਿਆਸਤ ਦਾ ਰਾਜ ਦੇ ਦਿਓ, ਰਾਜਾ ਬਣਾ ਦਿਓ। ਜੇ ਤੁਸੀਂ ਆਖਿਆ ਨਾ ਵੀ ਜੋ ਮੰਗੇਗਾ ਉਹ ਮਿਲੇਗਾ, ਤੇ ਮੈਂ ਨਿੱਕਾ ਚੌਧਰੀ ਤੇ ਵੱਡਾ ਚੌਧਰੀ ਮੇਰੀ ਦਾਲ ਨਹੀਂ ਗਲਣ ਦਿੰਦਾ। ਹਰ ਕੰਮ ਦੇ ਵਿੱਚ ਉਹ ਮੇਰੇ ਕੋਈ ਨਾ ਕੋਈ ਅਰੋੜਾ ਡਾਹ ਛੱਡਦਾ, ਕੋਈ ਨਾ ਕੋਈ ਕੰਡੇ ਬੀਜ ਹੀ ਛੱਡਦਾ। ਮੈਨੂੰ ਰਿਆਸਤ ਦਾ ਰਾਜਾ ਬਣਾ ਦਿਓ ਵੀ ਮੇਰੀ ਰਿਆਸਤ ਵਿੱਚ ਗੱਲਬਾਤ ਹੋਵੇ। ਤੇ ਇਹੋ ਜਿਹੇ ਚੌਧਰੀ ਕਈ ਮੇਰੇ ਅੱਗੇ ਪਿੱਛੇ ਹੱਥ ਜੋੜ ਕੇ ਤੁਰੇ ਫਿਰਨ। ਜੇ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਰਿਆਸਤ ਦਾ ਰਾਜ ਦਿਓ, ਇਹ ਮੈਂ ਤੁਹਾਡੇ ਕੋਲੋਂ ਮੰਗਣਾ ਕਰਦਾ ਹਾਂ। ਮਮ ਕੁਲ ਮੈਂ ਨਹਿ ਦਾਰਦ ਰਹਿ। ਦੂਜਾ ਬਚਨ ਉਹਦੇ ਵਿੱਚ ਇਹ ਆ ਵੀ ਮੇਰੀ ਕੁਲ ਦੇ ਵਿੱਚ ਦਰਿਦਰ ਨਾ ਰਵੇ, ਕੰਗਾਲੀ ਨਾ ਰਵੇ, ਭੁੱਖਮਰੀ ਨਾ ਰਵੇ। ਮੇਰੀ ਕੁਲ ਜਿਹੜੀ ਆ ਨਾ ਹਮੇਸ਼ਾ ਧਨ ਦੇ ਨਾਲ, ਪਦਾਰਥਾਂ ਦੇ ਨਾਲ ਰੱਜੀ ਰਵੇ। ਕਿਸੇ ਚੀਜ਼ ਦਾ ਘਾਟਾ ਨਾ ਰਵੇ ਮੇਰੇ ਖਾਨਦਾਨ ਨੂੰ, ਮੇਰੀ ਕੁਲ ਨੂੰ। ਇਹ ਮੈਨੂੰ ਵਰ ਦਿਓ। ਜੇ ਤੁਸੀਂ ਦੇਣਾ ਚਾਹੁੰਦੇ ਹੋ ਨਾ, ਹੁਣੇ ਤੁਸੀਂ ਬਚਨ ਕੀਤਾ ਵੀ ਮੰਗ ਕੀ ਚਾਹੀਦਾ, ਜੋ ਮੰਗੇਗਾ ਉਹ ਤੈਨੂੰ ਮਿਲੇਗਾ। ਤੇ ਫਿਰ ਮੈਨੂੰ ਇਹ ਦਿਓ ਵੀ ਰਿਆਸਤ ਮੇਰੀ ਹੋਵੇ, ਉਹਦਾ ਮੈਂ ਰਾਜਾ ਹੋਵਾਂ ਰਿਆਸਤ ਦਾ, ਤੇ ਮੇਰੀ ਕੁਲ ਦੇ ਵਿੱਚ ਦਰਿਦਰ ਨਾ ਰਵੇ, ਭੁੱਖਮਰੀ ਨਾ ਰਵੇ, ਤੰਗੀ ਪਰੇਸ਼ਾਨੀ ਕੋਈ ਨਾ ਰਵੇ, ਸੁਖ ਪ੍ਰਾਪਤ ਹੋਣ। ਇਹ ਮੈਨੂੰ ਦੇਣਾ ਕਰੋ। ਤੇ ਐਸ਼ਵਰਜ ਘਰ ਮੈਂ ਰਹੇ। ਤੇ ਹੁਣ ਤੋਂ ਲੈ ਕੇ, ਅੱਜ ਤੁਸੀਂ ਮੈਨੂੰ ਵਰ ਦੇਣਾ, ਅੱਜ ਤੋਂ ਲੈ ਕੇ ਇਹ ਸਾਰੀਆਂ ਸੁੱਖ ਸਹੂਲਤਾਂ, ਐਸ਼ਵਰਜ ਤੋਂ ਭਾਵ ਹੁੰਦਾ ਵੀ ਲੋੜ ਦੀਆਂ ਸਾਰੀਆਂ ਵਸਤੂਆਂ, ਜਿਵੇਂ ਦੁੱਧ ਪੀਣ ਵਾਸਤੇ ਮੱਝਾਂ, ਆਉਣ ਜਾਣ ਵਾਸਤੇ ਘੋੜੇ, ਰਹਿਣ ਵਾਸਤੇ ਚੰਗੀ ਪੱਕੀ ਹਵੇਲੀ, ਵੱਡੇ ਵੱਡੇ ਬੰਦਿਆਂ ਨਾਲ ਉੱਠਣਾ ਬੈਠਣਾ, ਖਾਣਾ ਪੀਣਾ, ਗਹਿਣਾ ਗੱਟਾ ਬਸਤਰ, ਜੋ ਵੀ ਹੈ ਇਹਨੂੰ ਕਿਹਾ ਜਾਂਦਾ ਐਸ਼ਵਰਜ। ਲੋੜ ਮੁਤਾਬਕ ਸਾਰੀਆਂ ਵਸਤੂਆਂ ਦੁਨੀਆ ਨਾਲੋਂ ਚੰਗੀਆਂ ਤੇ ਵਧੀਆ, ਜੇ ਦੇਣੀਆਂ ਤੇ ਮੈਨੂੰ ਇਹ ਸਾਰੀਆਂ ਦੇਣਾ ਕਰੋ। ਸੁਣੀ ਕਾਮਨਾ ਜਾਚਨ ਕੀਨ। ਤੇ ਜਦੋਂ ਉਸ ਬੀਬੀ ਰਾਜ ਕੌਰ ਨੇ ਸੁਣਿਆ ਨਾ ਬਚਨ ਵੀ ਇਹਨੇ ਇੱਕ ਛੱਤ ਪਾ ਕੇ ਤੇ ਸ਼ਤੀਰ ਰੱਖ ਕੇ ਛੱਤ ਦੇ ਉੱਪਰ ਤੇ ਇਹਦੇ ਰਾਜ ਮੰਗ ਲਿਆ, ਇਹਨੇ ਵੀ ਰਾਜ ਭਾਗ ਮਿਲੇ, ਰਿਆਸਤ ਦਾ ਰਾਜਾ ਹੋਵਾਂ ਤੇ ਮੇਰੇ ਕੁਲ ਵਿੱਚ ਦਰਿਦਰ ਤੇ ਭੁੱਖਮਰੀ ਕੋਈ ਨਾ ਰਵੇ, ਤੇ ਮੈਂ ਸਾਰੇ ਮੈਨੂੰ ਸੁੱਖ ਸਹੂਲਤਾਂ ਮਿਲਣ। ਜਦੋਂ ਉਸ ਬੀਬੀ ਨੇ ਐਸਾ ਬਚਨ ਸੁਣਿਆ ਹੈ, ਰਾਜ ਕਰ ਸੋਈ ਬਰਦੀਨ। ਤੇ ਉਸ ਵੇਲੇ ਬੀਬੀ ਰਾਜ ਕੌਰ ਨੇ ਬਚਨ ਦਿੱਤਾ ਸੀ ਵੀ ਜੋ ਤੂੰ ਮੰਗੇਗਾ ਨਾ ਉਹ ਤੈਨੂੰ ਮਿਲੇਗਾ। ਤੇ ਫਿਰ ਉਹਨਾਂ ਨੇ ਨਾਲ ਹੀ ਆਖਿਆ, ਕਹਿਣ ਲੱਗੇ ਠੀਕ ਹੈ, ਜੋ ਜੋ ਤੇਰੀ ਜ਼ੁਬਾਨ ਵਿੱਚੋਂ ਨਿਕਲਿਆ ਉਹੀ ਉਹੀ ਬਚਨ ਪੂਰਾ ਹੋਵੇਗਾ। ਜੋ ਤੂੰ ਮੰਗ ਲਿਆ ਨਾ ਉਹ ਪੂਰਾ ਹੋਵੇਗਾ। ਰਿਆਸਤ ਦਾ ਰਾਜ ਵੀ ਮਿਲੇਗਾ, ਦਰਿਦਰ ਵੀ ਨਹੀਂ ਰਵੇਗਾ, ਭੁੱਖਮਰੀ ਕੰਗਾਲੀ ਕੁਝ ਨਹੀਂ ਰਵੇਗੀ। ਇਹ ਸਾਰਾ ਕੁਝ ਤੈਨੂੰ ਮਿਲੇਗਾ ਜੋ ਤੂੰ ਮੰਗ ਲਿਆ ਹੈ। ਅਬ ਤੇ ਹੋਏ ਬੰਸ ਮਹਿ ਰਾਜਾ। ਤੇ ਤੂੰ ਹੁਣ ਤੋਂ ਬਾਅਦ ਵਿੱਚ ਬੰਸ ਦਾ ਰਾਜਾ ਹੋਵੇਂਗਾ, ਤੇਰੀ ਬੰਸ਼ ਦੇ ਵਿੱਚ ਰਾਜੇ ਪੈਦਾ ਹੋਣਗੇ ਤੇ ਐਸਾ ਰਾਜ ਭਾਗ ਜਿਹੜਾ ਤੈਨੂੰ ਪ੍ਰਾਪਤ ਹੋਵੇਗਾ। ਸਨੇ ਸਨੇ ਵਧੈ ਸਮਾਜ। ਤੇ ਇਹ ਸਾਜੋ ਸਮਾਨ ਤੇ ਫਿਰ ਹੌਲੀ ਹੌਲੀ ਵਧੇਗਾ ਨਾ। ਹੁਣ ਇੱਕੇ ਵਾਰੀ ਤੂੰ ਆਖੇ ਵੀ ਰਾਤ ਨੂੰ ਹੀ ਕੋਈ ਦੂਜਾ ਰਾਜਾ ਮਰ ਜਾਵੇ ਤੇ ਤੂੰ ਉੱਥੇ ਜਾ ਕੇ ਬਹਿ ਜਾਵੇਂ, ਇਸ ਤਰ੍ਹਾਂ ਨਹੀਂ ਹੈ। ਅੱਜ ਤੋਂ ਤੇਰੇ ਘਰ ਦਾ ਸਾਜੋ ਸਮਾਨ ਵਧਣਾ ਸ਼ੁਰੂ ਹੋ ਜਾਏਗਾ, ਧਨ ਵੱਧ ਆਉਣਾ ਲੱਗ ਪਵੇਗਾ, ਚੰਗੀਆਂ ਫਸਲਾਂ ਹੋ ਜਾਣਗੀਆਂ, ਦੁੱਧ ਲਵੇਰਾ ਵਧਣਾ ਸ਼ੁਰੂ ਹੋਵੇਗਾ। ਤੇ ਵਧਦਿਆਂ ਵਧਦਿਆਂ ਫਿਰ ਸਮਾਂ ਆਵੇਗਾ ਵੀ ਤੂੰ ਵਾਕਿਆ ਹੀ ਰਿਆਸਤ ਦਾ ਰਾਜ ਭਾਗ ਨੂੰ ਪ੍ਰਾਪਤ ਕਰੇਗਾ। ਇੰਨਾ ਵੱਡਾ ਤੈਨੂੰ ਐਸ਼ਵਰ ਜਿਹੜਾ ਪ੍ਰਾਪਤ ਹੋ ਜਾਏਗਾ। ਮੂਰ ਹਕਾਰਿਓ ਆਏ ਨਾ ਜੋਈ। ਜਿਹੜਾ ਸਾਡੇ ਕਹਿਣ ਤੇ ਆਇਆ ਨਹੀਂ। ਹੁਣ ਦੂਜੇ ਚੌਧਰੀ ਦੀ ਗੱਲ ਹੈ, ਜਿਹੜਾ ਵੱਡਾ ਸੀ ਨਾ ਚੌਧਰੀ, ਜਿਹੜਾ ਕਹਿੰਦਾ ਸੀ ਵੀ ਮੀਂਹ ਪੈਂਦਾ ਪਿਆ ਤੇ ਅੱਧੀ ਰਾਤ ਮੇਰੇ ਕੋਲੋਂ ਨਹੀਂ ਜਾਇਆ ਜਾਂਦਾ, ਜੋ ਹੋਵੇਗਾ ਸਵੇਰੇ ਹੋਵੇਗਾ। ਬੀਬੀ ਰਾਜ ਕੌਰ ਨੇ ਫਿਰ ਉਹਨੂੰ ਬਚਨ ਕੀਤਾ, ਕਹਿਣ ਲੱਗੇ ਜਿਹੜਾ ਚੌਧਰੀ ਸਾਡੇ ਸੱਦਿਆ ਨਹੀਂ ਆਇਆ ਹੈ, ਰਈਅਤ ਬਣੇ ਤੋਹੇ ਕੁਲ ਸੋਈ। ਤੇ ਉਹ ਕਹਿਣ ਲੱਗੇ ਵੀ ਉਹ ਤੇਰੀ ਕੁਲ ਦਾ, ਕਹਿਣ ਲੱਗੇ ਵੀ ਰਈਅਤ ਬਣੇਗਾ ਤੇਰੀ ਕੁਲ ਦਾ। ਭਾਵ ਇਹ ਹੈ ਵੀ ਤੇਰੀ ਕੁਲ ਦਾ ਉਹ ਪਰਜਾ ਹੋਵੇਗੀ ਤੇ ਤੇਰੀ ਕੁਲ ਰਾਜੇ ਹੋਵੇਗੀ। ਇਸ ਵੇਲੇ ਭਾਵੇਂ ਉਹ ਵੱਡਾ ਹੈ, ਉਹਦੇ ਕੋਲ ਧਨ ਪਦਾਰਥ ਸਭ ਕੁਝ ਤੇਰੇ ਨਾਲੋਂ ਜ਼ਿਆਦਾ, ਤੇਰੇ ਕੋਲੋਂ ਘੱਟ ਹੈ,
ਪਰ ਸਮਾਂ ਆਵੇਗਾ ਵੀ ਉਹਦੇ ਧਨ ਪਦਾਰਥ ਘਟ ਜਾਣਗੇ, ਹੌਲੀ ਹੌਲੀ ਤੇ ਉਹ ਰਹਿ ਜਾਏਗਾ ਪ੍ਰਜਾ ਦਾ ਇੱਕ ਮਾਮੂਲੀ ਬੰਦਾ। ਸਾਰੀ ਚੌਧਰਤਾਈ ਉਹਦੀ ਖਤਮ ਹੋ ਜਾਣੀ ਹੈ ਤੇ ਤੇਰੀ ਕੁੱਲ ਵਾਲਿਆਂ ਕੋਲੇ ਆ ਜਾਣੀ ਹੈ ਤੇ ਫਿਰ ਤੈਨੂੰ ਸਾਰੇ ਪਦਾਰਥ ਜਿਹੜੇ ਨੇ ਉਹ ਪ੍ਰਾਪਤ ਹੋਣਗੇ। ਤੇਰੀ ਕੁੱਲ ਰਿਆਸਤ ਦੀ ਮਾਲਕ ਹੋਵੇਗੀ ਤੇ ਉਹ ਤੇਰੀ ਰਿਆਸਤ ਦੀ ਪ੍ਰਜਾ ਬਣ ਕੇ ਉਸ ਦੀ ਕੁੱਲ ਅੱਗੇ ਰਹਿਣਾ ਕਰੇਗੀ। ਵਰ ਦੇ ਕਰ ਕਰਿਓ ਨਿਹਾਲ। ਇਸ ਤਰ੍ਹਾਂ ਵਰ ਦੇ ਕੇ ਨਾ ਬੀਬੀ ਰਾਜ ਕੌਰ ਨੇ ਇਸ ਨੂੰ ਕਹਿਣ ਲੱਗੇ ਵੀ ਉਸ ਵੇਲੇ ਨਿਹਾਲ ਕੀਤਾ ਹੈ ਬਦਨ ਲੱਗਿਓ ਐਸ਼ਵਰਜ ਬਹਾ ਤੇ ਬਿਸਲਾ। ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹਦੀ ਕੁੱਲ ਦੇ ਵਿੱਚ ਫਿਰ ਕਹਿਣ ਲੱਗੇ ਵੀ ਉਹ ਐਸ਼ਵਰਜ ਤੋਂ ਭਾਵ ਹੁੰਦਾ ਵੀ ਜੋ ਜੋ ਉਸਨੇ ਵਸਤੂਆਂ ਮੰਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਫਿਰ ਵਧਣ ਲੱਗੀਆਂ ਹਨ। ਮਨੀ ਮਾਜਰੇ ਮੈਂ ਸੋ ਰਾਜੇ। ਸੋ ਕਹਿਣ ਲੱਗੇ ਵੀ ਮਣੀ ਮਾਜਰਾ ਗੁਰਮੁਖੋ ਪਿੰਡ ਦਾ ਨਾਮ ਹੈ ਤੇ ਇੱਥੇ ਫਿਰ ਉਹਨਾਂ ਦੀ ਕੁੱਲ ਜਿਹੜੀ ਹੈ ਨਾ ਖਾਨਦਾਨ ਬਹੁਤ ਭਾਰੀ ਵਧਿਆ ਤੇ ਤਰੱਕੀ ਨੂੰ ਗਿਆ ਹੈ। ਅਬ ਲੋ ਲਖੀਅਤ ਅਦਕ ਸਮਾਜੇ। ਤੇ ਹੁਣ ਤੱਕ ਵੀ ਉਹਨਾਂ ਦੇ ਕੋਲ ਜਿਹੜਾ ਨਾ ਬੜਾ ਸਾਜੋ ਸਮਾਨ ਹੈ। ਕਹਿਣ ਲੱਗੇ ਵੀ ਇਸ ਸਮੇਂ ਇਸ ਵੰਸ਼ ਦੇ ਸਿੱਖ ਰਾਜੇ ਰਾਜ ਕਰਦੇ ਸਨ। ਜਦੋਂ ਅੱਜ ਤੋਂ ਕੋਈ ਸਾਲ ਪਹਿਲਾਂ, ਸਦੀ ਪਹਿਲਾਂ ਉਹਨਾਂ ਦੀ ਕੁੱਲ ਦੇ ਵਿੱਚ ਰਾਜ ਭਾਗ ਤੇ ਉਹ ਰਿਆਸਤਾਂ ਦੇ ਮਾਲਕ ਰਹੇ, ਪਰ ਹੌਲੀ ਹੌਲੀ ਫਿਰ ਰਾਜ ਜਿਹੜਾ ਹੈ ਨਾ ਉਹ ਹੌਲੀ ਹੌਲੀ ਘਟਦਾ ਗਿਆ। ਅੱਜ ਭਾਵੇਂ ਰਿਆਸਤ ਦੇ ਰਾਜੇ ਨਹੀਂ ਪਰ ਫਿਰ ਵੀ ਦੁਨੀਆ ਨਾਲੋਂ ਬਹੁਤੇ ਧਨ ਪਦਾਰਥ ਉਹਨਾਂ ਦੇ ਕੋਲ ਅੱਜ ਵੀ ਪ੍ਰਾਪਤ ਨੇ। ਕਹਿੰਦੇ ਵੀ ਇਸ ਤਰ੍ਹਾਂ ਉਹ ਵਰ ਜਿਹੜੇ ਸਨ ਬਚਨ ਪੂਰੇ ਹੋਏ ਹਨ। ਰਾਜ ਕੁਮਰ ਬਸ ਬੈਸ ਬਤਾਈ। ਇਸ ਤਰ੍ਹਾਂ ਕਹਿਣ ਲੱਗੇ ਵੀ ਬੀਬੀ ਰਾਮ ਕੌਰ ਜੀਆਂ ਨੇ ਫਿਰ ਇੱਥੇ ਰਹਿ ਕੇ ਨਾ ਗੁਰਮੁਖੋ ਇਸ ਧਰਤੀ ਤੇ ਮਣੀ ਮਾਜਰੇ ਆਪਣੀ ਉਮਰਾਂ ਬਤੀਤ ਕੀਤੀ ਹੈ ਤਨ ਤਜ ਸੁਰਲੋਕ ਸਦਾਈ। ਤੇ ਫਿਰ ਆਪਣਾ ਸਰੀਰ ਛੱਡ ਕੇ ਤੇ ਇੱਥੋਂ ਫਿਰ ਉਹ ਸੱਚਖੰਡ ਨੂੰ ਗਏ। ਇਸ ਦੁਨੀਆ ਤੋਂ ਗਮਨ ਕੀਤਾ। ਜਦੋਂ ਸਰੀਰ ਛੱਡਿਆ ਮਣੀ ਮਾਜਰੇ ਬਾਬਾ ਰਾਮ ਕੌਰ ਜੀਆਂ ਦੀ ਵੱਡੀ ਜੋ ਸੁਪਤਨੀ ਹੈ, ਨਾਮ ਹੈ ਰਾਜ ਕੌਰ, ਉਹਨੇ ਆਪਣਾ ਸਰੀਰ ਇੱਥੇ ਛੱਡਿਆ ਹੈ। ਪੂਜਾ ਤਾਂ ਦੇਹੁਰਾ ਸੋਈ। ਤੇ ਉਹਦਾ ਦਿਉਰਾ ਜਿਹੜਾ ਹੈ ਨਾ ਅੱਜ ਵੀ ਪੂਜਿਆ ਜਾਂਦਾ। ਅੱਜ ਵੀ ਸੰਗਤਾਂ ਜਿਹੜੀਆਂ ਨੇ ਉਹ ਬੀਬੀ ਰਾਜ ਕੌਰ ਦੇ ਉਸ ਸਥਾਨ ਦੇ ਦਰਸ਼ਨ ਕਰਦੀਆਂ। ਅੱਜ ਵੀ ਉੱਥੇ ਪੂਜਾ ਪ੍ਰਤਿਸ਼ਠਾ ਹੁੰਦੀ ਅਬਲਾ ਹੈ। ਹੈ ਪਿੱਖਾਂ ਸਭ ਕੋਈ। ਹੁਣ ਵੀ ਜਾ ਕੇ ਤੁਸੀਂ ਵੇਖ ਸਕਦੇ ਹੋ। ਮਣੀ ਮਾਜਰੇ ਜਾਣਾ ਹੋਵੇ ਆਪਣੇ ਤੇ ਨੇੜੇ ਹੀ ਹੈ ਨਾ, ਚੰਡੀਗੜ੍ਹ ਦੇ ਜਾ ਕੇ ਅੱਜ ਵੀ ਉਸ ਸਥਾਨ ਨੂੰ ਵੇਖਿਆ ਜਾ ਸਕਦਾ ਹੈ। ਬੜਾ ਸੋਹਣਾ ਗੁਰੂ ਘਰ ਉੱਥੇ ਬਣਿਆ ਹੋਇਆ, ਕਾਰ ਸੇਵਾਵਾਂ ਚੱਲ ਰਹੀਆਂ। ਸੋ ਬੜੇ ਆਨੰਦਿਤ ਉਹ ਜਗ੍ਹਾ ਜਿਹੜੀ ਹੈ ਅੱਜ ਵੀ ਉੱਥੇ ਵਸੀ ਹੋਈ ਬਣੀ ਹੋਈ ਹੈ। ਸ਼੍ਰੀ ਰਾਮ ਰਾਏ ਕੀ ਕਰਨੀ। ਕਹਿਣ ਲੱਗੇ ਵੀ ਇਸ ਤਰ੍ਹਾਂ ਜੋ ਬਾਬਾ ਰਾਮ ਰਾਏ ਜੀ ਦੀ ਸੁਪਤਨੀ ਹੈ ਉਤੀ ਵੱਡੀ ਤਿਸਕੀ ਕਥ ਤੇ ਬਰਨੀ। ਇਹ ਵੱਡੀ ਦੀ ਕਥਾ ਇੱਥੇ ਕਹੀ ਹੈ। 4 ਵਹੁਟੀਆਂ ਸਨ, 4 ਪਤਨੀਆਂ ਸਨ ਬਾਬਾ ਰਾਮ ਰਾਏ ਜੀ ਦੀਆਂ। ਇੱਥੇ ਵੱਡੀ ਦੀ ਕਥਾ ਤੁਹਾਨੂੰ ਸੁਣਾਈ ਹੈ ਵੀ ਉਹਨੇ ਦੇਹਰਾਦੂਨ ਕਿਉਂ ਛੱਡਿਆ, ਮਣੀ ਮਾਜਰੇ ਕਿਉਂ ਰਹੀ ਹੈ, ਕਿਹੜਾ ਇੱਥੇ ਵਰ ਦਿੱਤਾ, ਤੇ ਫਿਰ ਇੱਥੇ ਹੀ ਉਹਨਾਂ ਨੇ ਆਪਣਾ ਸਰੀਰ ਛੱਡ ਕੇ ਇਸ ਦੁਨੀਆ ਤੋਂ ਉਹਨਾਂ ਨੇ ਕੂਚ ਕੀਤਾ ਹੈ। ਕਹਿਣ ਲੱਗੇ ਵੀ ਇਹ ਵੱਡੀ ਸੁਪਤਨੀ ਦੀ ਤੁਹਾਨੂੰ ਕਥਾ ਇੱਥੇ ਸਰਵਨ ਕਰਵਾਈ ਹੈ। ਅਪਰ 3 ਮਹਿਲਾ ਤਿਸਕੇਰੀ। ਪਰ ਕਹਿਣ ਲੱਗੇ ਵੀ ਇਹਦੇ ਤੋਂ ਬਿਨਾ ਹੋਰ ਵੀ 3 ਉਹਦੀਆਂ ਪਤਨੀਆਂ ਨੇ ਰਾਮ ਰਾਏ ਦੀਆਂ। ਚਲੋ ਆਪਾਂ ਉਹਨਾਂ ਦੀ ਵੀ ਕਥਾ ਜਿਹੜੀ ਹੈ ਇਤਿਹਾਸ ਉਸ ਨੂੰ ਵੀ ਸਰਵਨ ਕਰਾਂਗੇ। ਬਸਤ ਨਿਕਟ ਕਰ ਪ੍ਰੀਤ ਬਡੇਰੀ। ਇਹ ਸਾਰੀਆਂ ਰਾਮ ਰਾਏ ਦੇ ਕੋਲ ਰਹਿੰਦੀਆਂ। ਬਾਕੀਆਂ 3 ਪਤਨੀਆਂ ਰਾਮ ਰਾਏ ਦੇ ਨਾਲ ਹੀ ਰਹਿ ਰਹੀਆਂ ਹਨ। ਦੋਹਰਾ ਤੀਨੋਂ ਮੈਂ ਮੁਖ ਏਕ ਤ੍ਰਿਆ ਨਾਮ ਕੁਮਰ ਪੰਜਾ। ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਮਗਰ ਬਾਅਦ ਵਿੱਚ ਮੁਖੀ ਰਹਿ ਗਈ ਨਾ 2 ਨੰਬਰ ਵਾਲੀ, ਇਹ ਤੇ ਸਭ ਤੋਂ ਵੱਡੀ ਸੀ। ਵੱਡੀ ਤੋਂ ਜਿਹੜੀ ਹੁਣ ਛੋਟੀ ਹੈ ਉਹਦਾ ਨਾਮ ਹੈ ਪੰਜਾਬ ਕੌਰ। ਉਹਦਾ ਨਾਮ ਪੰਜਾਬ ਕੌਰ ਇਤਿਹਾਸ ਵਿੱਚ ਆਇਆ। ਕਹਿਣ ਲੱਗੇ ਵੀ ਇਹ ਵੀ ਬਾਬਾ ਰਾਮ ਰਾਏ ਦੀ ਪਤਨੀ ਹੈ। ਇਹੋ ਹੀ ਬੀਬੀ ਪੰਜਾਬ ਕੌਰ ਹੈ ਜਿਹੜੀ 10ਵੇਂ ਪਾਤਸ਼ਾਹ ਦੇ ਕੋਲ ਆ ਕੇ ਇਸਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਇਹਨਾਂ ਮਸੰਦਾਂ ਨੂੰ ਸਜ਼ਾ ਦਿਓ। ਇਹ ਬੀਬੀ ਦਾ ਪੰਜਾਬ ਕੌਰ ਉਹ ਹੈ ਜਿਹੜੀ 10ਵੇਂ ਪਾਤਸ਼ਾਹ ਕੋਲ ਆਈ ਹੈ। ਪਤਨੀਆਂ ਦੋਨੇ ਹੀ ਬਾਬਾ ਰਾਮ ਰਾਏ ਜੀ ਦੀਆਂ ਨੇ। ਇੱਕ ਦਾ ਨਾਮ ਰਾਜ ਕੌਰ, ਦੂਜੀ ਦਾ ਨਾਮ ਪੰਜਾਬ ਕੌਰ। ਕਹਿਣ ਲੱਗੇ ਵੀ ਪੰਜਾਬ ਕੌਰ ਦੀ ਜੋ ਕਥਾ ਹੈ ਚਾਹੇ ਸਹਾਇਤਾ ਸਿੱਖ ਕੀ ਨਿਕਟ ਬੁਲਾਏ ਸ਼ਿਤਾਬ। ਤੇ ਕਹਿਣ ਲੱਗੇ ਵੀ ਉਸ ਵੇਲੇ ਸਿੱਖਾਂ ਦੀ ਸਹਾਇਤਾ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਚਾਹੁੰਦੇ ਨੇ। ਬਾਬਾ ਰਾਮ ਰਾਏ ਜੀ ਦਾ ਕੋਈ ਸਿੱਖ ਨਾ ਮੰਨਣ ਵਾਲਾ, ਕੋਈ ਉਹਨਾਂ ਦਾ ਪੈਰੋਕਾਰ ਕਿਤੇ ਦੂਰ ਬੈਠਾ ਸੀ। ਉਹ ਕਿਸੇ ਮੁਸੀਬਤ ਵਿੱਚ ਫਸ ਗਿਆ। ਉਹਨੇ ਉੱਥੇ ਬਾਬਾ ਰਾਮ ਰਾਏ ਜੀ ਨੂੰ ਯਾਦ ਕੀਤਾ ਵੀ ਬਾਬਾ ਰਾਮ ਰਾਏ ਜੀ ਮੇਰੀ ਮਦਦ ਕਰੋ। ਆਪਾਂ ਬਾਬਾ ਰਾਮ ਰਾਏ ਕਹਿੰਦੇ ਆ ਕਿਉਂਕਿ ਆਪਾਂ 10 ਗੁਰੂਆਂ ਨੂੰ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬਾਨ ਮੰਨਦੇ ਆ। ਬਾਬਾ ਰਾਮ ਰਾਏ ਦੀ ਜਿਹੜੀ ਸੰਗਤ ਹੈ ਉਹ ਬਾਬਾ ਰਾਮ ਰਾਏ ਨਹੀਂ ਕਹਿੰਦੀ, ਉਹ ਗੁਰੂ ਰਾਮ ਰਾਏ ਕਹਿੰਦੀ ਹੈ। ਇਹ ਜਿਹੜਾ ਰਾਮ ਰਾਏ ਜੀ ਦਾ ਸਿੱਖ ਹੈ ਨਾ, ਜਿੱਥੇ ਕਿਤੇ ਮੁਸੀਬਤ ਵਿੱਚ ਫਸਿਆ ਸੀ ਉੱਥੇ ਉਹਨੇ ਬੇਨਤੀ ਕੀਤੀ ਵੀ ਗੁਰੂ ਰਾਮ ਰਾਏ ਮੇਰੀ ਮਦਦ ਕਰੋ।
ਮੈਂ ਕਿਸੇ ਮੁਸੀਬਤ ਵਿੱਚ ਫਸ ਗਿਆ ਹਾਂ ਚੌਪਈ ਤੇ ਬਾਬਾ ਰਾਮ ਰਾਏ ਜੀ ਉਹਦੀ ਮਦਦ ਕਰਨ ਵਾਸਤੇ ਜਾਣਾ ਚਾਹੁੰਦੇ, ਔਰ ਜਾਣਾ ਵੀ ਬੜੀ ਛੇਤੀ ਚਾਹੁੰਦੇ ਨੇ ਵੀ ਛੇਤੀ ਨਾਲ ਪਹੁੰਚ ਕੇ ਮਦਦ ਕਰਨਾ ਕਰੀਏ। ਚੌਪਈ ਪਾਸ ਬਿਠਾਏ ਅਦਕ ਸਤਕਾਰੀ। ਉਸ ਵੇਲੇ ਬਾਬਾ ਰਾਮ ਕੌਰ ਜੀ ਨੇ ਇਹ ਆਪਣੀ ਪਤਨੀ ਜਿਹੜੀ ਪੰਜਾਬ ਕੌਰ ਹੈ ਨਾ, ਇਹਨੂੰ ਆਪਣੇ ਕੋਲ ਬੁਲਾਇਆ। ਕਹਿਣ ਲੱਗੇ ਵੀ ਤੇਰੇ ਨਾਲ ਬੜੀ ਇੱਕ ਜ਼ਰੂਰੀ ਗੱਲ ਕਰਨ ਲੱਗੇ ਆ ਤੇ ਤੂੰ ਉਸ ਗੱਲ ਨੂੰ ਮੰਨਣਾ ਵੀ ਹੈ, ਉਹਦੇ ਤੇ ਪਹਿਰਾ ਵੀ ਦੇਣਾ ਹੈ। ਕੋਲ ਬਿਠਾ ਕੇ ਉਸ ਵੇਲੇ ਰਾਮ ਰਾਏ ਤਹਿ ਸਾਥ ਉਚਾਰੀ। ਰਾਮ ਰਾਏ ਨੇ ਉਸ ਵੇਲੇ ਆਪਣੀ ਪਤਨੀ ਦੇ ਨਾਲ, ਪੰਜਾਬ ਕੌਰ ਦੇ ਨਾਲ ਫਿਰ ਇਹ ਸਲਾਹ ਕੀਤੀ ਹੈ। ਅੰਤਰ ਕੋਸ਼ਟ ਕੇ ਤਨ ਮੇਰੋ। ਕੀ ਦੱਸਿਆ? ਕਹਿਣ ਲੱਗੇ ਜੀ ਅਸੀਂ ਆਪਣਾ ਸਰੀਰ ਜਿਹੜਾ ਨਾ, ਇਹ ਜਿਹੜਾ ਸਰੀਰ ਪੰਜ ਭੌਤਿਕ ਹੈ, ਇਹਨੂੰ ਅੰਦਰ ਕੋਠੇ ਦੇ ਵਿੱਚ ਛੱਡ ਕੇ ਚੱਲੇ ਆ। ਇਹਦੇ ਵਿੱਚੋਂ ਸਾਡੀ ਆਤਮਾ ਬਾਹਰ ਨਿਕਲੇਗੀ, ਸਰੀਰ ਸਾਡਾ ਅੰਦਰ ਹੀ ਰਹੇਗਾ ਤੇ ਤੂੰ ਇਹ ਸਰੀਰ ਦੇ ਕੋਲ ਰਹਿਣਾ, ਬਿਲਕੁਲ ਪੂਰਾ ਪਹਿਰਾ ਦੇ ਕੇ ਰੱਖਣਾ, ਤਕੜੀ ਹੋ ਕੇ ਰਹਿਣਾ ਸਾਡੇ ਸਰੀਰ ਦੀ ਰਾਖੀ ਵਾਸਤੇ। ਅਸੀਂ ਆਪਣੇ ਕਿਸੇ ਸ਼ਰਧਾਲੂ ਦੀ ਮਦਦ ਕਰਨੀ ਹੈ, ਸਰੀਰ ਲੈ ਕੇ ਜਾਵਾਂਗੇ ਤੇ ਬੜਾ ਟਾਈਮ ਲੱਗ ਜਾਣਾ ਉੱਥੇ ਪਹੁੰਚਦਿਆਂ। ਪਰ ਜਦੋਂ ਸਾਡੇ ਅੰਦਰਲੀ ਤਾਕਤ ਬਾਹਰ ਨਿਕਲੇਗੀ, ਉਹ ਤੇ ਫਿਰ ਅਸੀਂ ਝਾਟੀ ਕੁਝ ਸਕਿੰਟਾਂ ਵਿੱਚ ਹੀ ਉੱਥੇ ਪਹੁੰਚ ਜਾਣਾ ਨਾ ਮਦਦ ਕਰਨ ਵਾਸਤੇ। ਅਸੀਂ ਆਪਣਾ ਅੰਦਰ ਕੋਠੇ ਦੇ ਸਰੀਰ ਛੱਡਣ ਲੱਗੇ ਹਾਂ ਵੀ ਸਰੀਰ ਇੱਥੇ ਰਹੇਗਾ ਤੇ ਸਾਡੀ ਜਿਹੜੀ ਆਤਮਾ ਉਹ ਬਾਹਰ ਨਿਕਲਣੀ ਹੈ। ਪਰ ਤੇਰੇ ਨਾਲ ਜੋ ਸਲਾਹ ਕਰਨੀ ਹੈ, ਰਹਿ ਨਾ ਇਸੈ ਤੇਰੇ ਰਹਿ ਕੋਈ ਸਨਾ ਹੀਰੋ। ਤੇ ਇਹ ਸਾਡਾ ਸਰੀਰ ਇੱਥੇ ਰਹੇਗਾ ਕੋਠੇ ਦੇ ਵਿੱਚ। ਇਹ ਮੈਂ ਗੱਲ ਕਿਸੇ ਨੂੰ ਨਹੀਂ ਦੱਸੀ। ਰਾਮ ਰਾਏ ਜੀ ਕਹਿਣ ਲੱਗੇ ਵੀ ਸਿਰਫ ਤੈਨੂੰ ਦੱਸੀ ਹੈ ਵੀ ਤੂੰ ਮੇਰੀ ਪਤਨੀ ਹੈ ਤੇ ਤੂੰ ਇਹ ਸਰੀਰ ਮੇਰੇ ਦਾ ਧਿਆਨ ਰੱਖਣਾ, ਬਾਅਦ ਵਿੱਚ ਸਰੀਰ ਦੇ ਨੇੜੇ ਕੋਈ ਨਾ ਆਵੇ। ਤੇ ਦੂਜੀ ਗੱਲ ਹੈ ਵੀ ਇਹ ਗੱਲ ਤੂੰ ਕਿਸੇ ਨੂੰ ਦੱਸਣੀ ਨਹੀਂ ਹੈ ਵੀ ਸਾਡਾ ਸਰੀਰ ਅੰਦਰ ਪਿਆ ਹੋਇਆ, ਨਾ ਦੱਸਣਾ ਹੈ। ਔਰ ਨਾ ਹੀ ਇਹ ਸਾਡਾ ਸਰੀਰ ਕਿਸੇ ਨੂੰ ਵੇਖਣ ਦੇਣਾ ਹੈ, ਕੋਈ ਬਾਹਰੋਂ ਦੂਜਾ ਤੀਜਾ ਬੰਦਾ ਆ ਕੇ ਸਾਡਾ ਸਰੀਰ ਵੇਖ ਨਾ ਸਕੇ। ਆਪਾਂ ਬਚਨ ਪੜ੍ਹਦੇ ਹਾਂ ਨਾ, 9 ਨਿਧੀਆਂ ਤੇ 18 ਸਿੱਧੀਆਂ। ਬਚਨ ਤੇ ਆਪਾਂ ਪੜ੍ਹਦੇ ਹਾਂ, ਕੁਝ ਲੋਕ ਮੰਨਦੇ ਕੁਝ ਨਹੀਂ ਮੰਨਦੇ, ਪਰ ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਐਸੀ ਤਾਕਤ ਰੱਖਦੀਆਂ, ਬੰਦਾ ਸਰੀਰ ਤੋਂ ਵੱਖਰਾ ਹੋ ਸਕਦਾ, ਸਰੀਰ ਨੂੰ ਆਪਣੇ ਨੂੰ ਕਈ ਹਿੱਸਿਆਂ ਵਿੱਚ ਵੰਡ ਵੀ ਸਕਦਾ। ਬਾਹਾਂ ਵੱਖਰੀਆਂ, ਲੱਤਾਂ ਵੱਖਰੀਆਂ, ਸਰੀਰ ਵੱਖਰਾ ਕਰਕੇ ਫਿਰ ਉਸ ਨੂੰ ਇਕੱਠਾ ਕਰ ਲੈਣਾ। ਇਹ ਜਿਹੜੀਆਂ ਨੇ ਸਾਰੀਆਂ ਵਸਤੂਆਂ ਕਮਾਈਆਂ ਜਾਂਦੀਆਂ ਨੇ, ਕਿਸੇ ਕਿਸੇ ਮਹਾਤਮਾ ਕੋਲ, ਕਮਾਈ ਵਾਲੇ ਕੋਲ ਐਸੀਆਂ ਦਾਤਾਂ ਹੁੰਦੀਆਂ। ਬਾਕੀ ਤੇ ਐਵੇਂ ਗੱਲਾਂ ਅੱਲ ਪਲਾਲੀਆਂ, ਕੰਮ ਨੇ ਆਵੇ ਮਿੱਤ ਮਹਾਰਾਜ ਦੇ ਬਚਨ ਨੇ। ਬਾਕੀ ਤੇ ਗੱਲਾਂ ਜਿੰਨੀਆਂ ਮਰਜ਼ੀ ਕੋਈ ਕਰੀ ਜਾਵੇ, ਪਰ ਇਹ ਤਾਕਤ ਕਿਸੇ ਕਿਸੇ ਕੋਲ ਹੁੰਦੀ ਹੈ। ਜਿਹੜਾ ਔਰੰਗਜ਼ੇਬ ਬਾਦਸ਼ਾਹ ਨਾ, ਕਹਿਣ ਲੱਗੇ ਵੀ ਉਹ ਵੀ ਇਸ ਤਰ੍ਹਾਂ ਦੀ ਸਿੱਧੀ ਕੋਲ ਰੱਖਦਾ ਸੀ ਵੀ ਆਪਣੇ ਸਰੀਰ ਤੋਂ ਬਾਹਰ ਨਿਕਲ ਜਾਂਦਾ, ਸਰੀਰ ਵਿੱਚ ਆ ਜਾਂਦਾ। ਇਸੇ ਤਰ੍ਹਾਂ ਇਹ ਬਾਬਾ ਰਾਮ ਰਾਏ ਜੀ ਜਿਹੜੇ ਇਹਨਾਂ ਕੋਲੇ ਤਾਕਤ ਹੈ, ਇਹ ਬਲ ਹੈ ਵੀ ਆਪਣੇ ਸਰੀਰ ਤੋਂ ਬਾਹਰ ਜਾ ਕੇ ਕਾਰਜ ਕਰਕੇ ਫਿਰ ਉਹਦੇ ਵਿੱਚ ਉੱਥੇ ਆ ਸਕਦੇ। ਬਾਬਾ ਰਾਮ ਰਾਏ ਜੀ ਕਹਿ ਰਹੇ ਆਪਣੀ ਘਰਵਾਲੀ ਨੂੰ, ਕਹਿਣ ਲੱਗੇ ਵੀ ਤੂੰ ਸਾਡੇ ਸਰੀਰ ਦੇ ਇੱਥੇ ਕੋਲ ਰਹਿਣਾ, ਕੋਠੇ ਤੇ ਪੂਰਾ ਧਿਆਨ ਰੱਖਣਾ ਪਹਿਰਾ ਲਾ ਕੇ, ਤੇ ਸਾਡੇ ਸਰੀਰ ਦੇ ਨਾ ਕੋਈ ਨੇੜੇ ਆਵੇ ਤੇ ਨਾ ਹੀ ਸਾਡੇ ਸਰੀਰ ਨੂੰ ਕੋਈ ਦੇਖੇ। ਇਹ ਸਾਰੀ ਤੂੰ ਡਿਊਟੀ ਦੇਣੀ ਹੈ। ਮੋਹ ਕਹੋ ਕਾਰਜ ਹੈ ਅਤ ਭਾਰੀ। ਸਾਨੂੰ ਬੜਾ ਵੱਡਾ ਇੱਕ ਕੰਮ ਪੈ ਗਿਆ ਹੈ ਤੇ ਉਹ ਕੰਮ ਅਸੀਂ ਜਾ ਕੇ ਕਰਨਾ, ਭਾਰੀ ਕੰਮ ਹੈ ਤੇ ਬੜੀ ਛੇਤੀ ਜਾ ਕੇ ਕਰਨ ਵਾਸਤੇ ਸਾਨੂੰ ਇਹ ਕੁਝ ਕਰਨਾ ਪੈਣਾ ਹੈ। ਮੋਹਰ ਆਏ ਕਰ ਲਿਓ ਸੰਭਾਰੀ। ਤੇ ਜਦੋਂ ਅਸੀਂ ਉਹ ਕੰਮ ਕਰ ਲਵਾਂਗੇ, ਫਿਰ ਅਸੀਂ ਆ ਕੇ ਇਸੇ ਸਰੀਰ ਵਿੱਚ ਹੀ ਵੜ ਜਾਵਾਂਗੇ ਤੇ ਫਿਰ ਅਸੀਂ ਆਪਣੇ ਸਰੀਰ ਨੂੰ ਆਪੇ ਸਾਂਭ ਲੈਣਾ ਹੈ। ਮਛੰਦਰਨਾਥ ਹੋਇਆ ਨਾ, ਜਿਹੜੇ ਆ ਜੋਗੀ ਨੇ ਕੰਨ ਪਾਟੇ ਬਲੌਰ ਦੀਆਂ ਮੁੰਦਰਾਂ ਵਾਲੇ, ਇਹ ਮਛੰਦਰਨਾਥ ਦੇ ਕੋਲ ਵੀ ਇਹ ਤਾਕਤ ਹੈ। ਉਹ ਤਾਕਤ ਰੱਖਦਾ ਸਰੀਰ ਤੋਂ ਬਾਹਰ ਨਿਕਲਣ ਦੀ ਤੇ ਸਰੀਰ ਵਿੱਚ ਵੜਨ ਦੀ। ਮਛੰਦਰਨਾਥ ਕਹਿਣ ਲੱਗੇ ਵੀ ਇੱਕ ਵੇਲੇ ਧਿਆਨ 'ਚ ਬੈਠਾ ਸੀ ਤੇ ਉਸਨੇ ਵੇਖਿਆ ਵੀ ਕਿਸੇ ਰਾਜ ਦਾ ਰਾਜਾ ਮਰ ਗਿਆ। ਹੁਣ ਰਾਜਾ ਮਰ ਗਿਆ ਤੇ ਸਰੀਰ ਵਿਹਲਾ ਹੋ ਗਿਆ ਨਾ, ਆਤਮਾ ਨਿਕਲ ਗਈ ਰੱਬ ਦੇ ਘਰੇ, ਜਿੱਥੇ ਵੀ ਲੇਖਾ ਜੋਖਾ ਜੋ ਵੀ ਹੈ ਚਲੇਗੀ, ਜੰਮ ਲੈ ਗਏ। ਸਰੀਰ ਵਿਹਲਾ ਪਿਆ ਹੋਇਆ ਹੈ। ਇੱਕ ਸਰੀਰ ਵਿੱਚ ਦੋ ਆਤਮਾ ਨਹੀਂ ਹੁੰਦੀਆਂ, ਆਤਮਾ ਇੱਕੋ ਹੀ ਰਹਿੰਦੀ ਹੈ। ਇਹ ਰੱਬ ਦਾ ਇੱਕ ਨਿਯਮ ਹੈ, ਉਹਦਾ ਹੁਕਮ ਹੈ। ਮਛੰਦਰਨਾਥ ਬੈਠਾ ਧਿਆਨ ਵਿੱਚ ਸੋਚਦਾ ਵੀ ਰਾਜੇ ਦੀ ਆਤਮਾ ਤਾਂ ਨਿਕਲ ਗਈ ਹੈ, ਸਰੀਰ ਪਿਆ ਹੋਇਆ, ਕਿਉਂ ਨਾ ਹੋਵੇ ਮੈਂ ਉਹਦੇ ਸਰੀਰ ਵਿੱਚ ਜਾ ਕੇ ਵੜ ਜਾਵਾਂ। ਜਦੋਂ ਮੈਂ ਵੜਾਂਗਾ ਤੇ ਉੱਠੀ ਪੈਣਾ, ਰਾਜੇ ਦੀ ਦੇਹ ਉੱਠੀ ਪੈਣੀ ਨਾ, ਸਰੀਰ ਵਿੱਚ ਆਤਮਾ ਪ੍ਰਵੇਸ਼ ਹੋਵੇਗੀ। ਲੋਕਾਂ ਨੂੰ ਥੋੜ੍ਹੀ ਪਤਾ ਲੱਗਣਾ ਵੀ ਮੈਂ ਮਰਿਆ ਸੀ, ਮੈਂ ਆਖਣਾ ਮੈਂ ਤਾਂ ਵੈਸੇ ਸੁੱਤਾ ਪਿਆ ਸੀ। ਉੱਠਾਂਗਾ, ਰਾਜ ਭਾਗ ਮੈਨੂੰ ਮਿਲ ਜਾਣਾ, ਰਾਜੇ ਦੀਆਂ ਰਾਣੀਆਂ ਮੈਨੂੰ ਮਿਲ ਜਾਣੀਆਂ, ਸਾਰੇ ਖਜ਼ਾਨੇ ਮੈਨੂੰ ਮਿਲ ਜਾਣੇ, ਮੈਨੂੰ ਸੁੱਖ ਬਣ ਜਾਣਗੇ। ਕੋਈ 2 4 5 ਸਾਲ ਮੈਂ ਰਾਜੇ ਦੇ ਸਰੀਰ ਵਿੱਚ ਵੜ ਕੇ ਬੈਠਾ ਰਵਾਂਗਾ, ਆਪਣੇ ਸੁੱਖ ਆਨੰਦ ਲਵਾਂਗਾ, ਜਦੋਂ ਜੀਅ ਕਰੇਗਾ ਫਿਰ ਨਿਕਲ ਵੀ ਆਵਾਂਗੇ।
ਇਸੇ ਤਰ੍ਹਾਂ ਹੀ ਕੀਤਾ, ਆਪਣੇ ਸਰੀਰ ਵਿੱਚੋਂ ਬਾਹਰ ਨਿਕਲਿਆ ਤੇ ਰਾਜੇ ਦੀ ਦੇਹ ਵਿੱਚ ਜਾ ਕੇ ਵੜ ਗਿਆ। ਰਾਜਾ ਜਿਉਂਦਾ ਹੋ ਗਿਆ, ਰਾਜ ਭਾਗ ਦਾ ਮਾਲਕ ਬਣ ਗਿਆ, ਰਾਣੀਆਂ ਦੇ ਨਾਲ ਰਹਿੰਦਾ, ਖਾਂਦਾ ਪੀਂਦਾ, ਰਾਜ ਭਾਗ ਦੇ ਹੁਕਮ ਚਲਾਉਂਦਾ। ਤੇ ਜਦੋਂ ਜੋਗੀਆਂ ਨੇ ਵੇਖਿਆ ਵੀ ਸਾਡਾ ਗੁਰੂ ਕਿੱਧਰ ਗਿਆ, ਲੱਭਦਾ ਕੋਈ ਨਹੀਂ, ਦਿਸਦਾ ਹੀ ਨਹੀਂ ਹੈ, ਵੇਖਿਆ ਹੀ ਨਹੀਂ ਕਿੱਧਰ ਚਲਾ ਗਿਆ, ਪਤਾ ਨਹੀਂ ਕਿਹੜੀ ਗੁਫਾ ਜਾ ਕੇ ਸਰੀਰ ਰੱਖਿਆ ਉਹਨੇ ਆਪਣਾ, ਤੇ ਉੱਥੋਂ ਅੱਗੇ ਨਿਕਲ ਗਿਆ। ਇਹ ਸਾਰੇ ਜੋਗੀ ਜਿਹੜੇ ਸਨ ਫਿਰ ਇਕੱਠੇ ਹੋ ਕੇ ਗੋਰਖਨਾਥ ਕੋਲ ਆਏ, ਕਹਿਣ ਲੱਗੇ ਵੀ ਆਪਣਾ ਗੁਰੂ ਨਹੀਂ ਲੱਭਦਾ, ਮਛੰਦਰਨਾਥ ਪਤਾ ਨਹੀਂ ਕਿੱਥੇ ਚਲਾ ਗਿਆ। ਹੁਣ ਉਹ ਗੋਰਖਨਾਥ ਜਿਹੜਾ ਨਾ ਉਹ ਵੀ ਪੂਰੀ ਸ਼ਕਤੀ ਵਾਲਾ ਸਿੱਧ ਪੁਰਸ਼ ਹੈ, ਉਹਨੇ ਧਿਆਨ ਲਾ ਕੇ ਵੇਖਿਆ, ਉਹਨੂੰ ਪਤਾ ਲੱਗ ਗਿਆ ਕਰਤੂਤ ਦਾ। ਕਹਿਣ ਲੱਗਾ ਵੀ ਲੈ ਸਾਡਾ ਤੇ ਗੁਰੂ ਹੀ ਕਿਹੋ ਜਿਹਾ ਨਿਕਲਿਆ, ਤੇ ਆਪ ਰਾਜਿਆਂ ਦੇ ਸਰੀਰ ਵਿੱਚ ਜਾ ਕੇ ਵੜਿਆ ਫਿਰਦਾ। ਸਾਨੂੰ ਆਂਦਾ ਜੋਗੀ ਬਣੋ, ਘਰ ਬਾਰ ਛੱਡੋ, ਭੈਣਾਂ ਭਰਾ ਛੱਡੋ, ਮਾਂ ਬਾਪ ਛੱਡੋ, ਘਰ ਵਾਲੀ ਪਰਿਵਾਰ ਛੱਡ ਦਿਓ। ਸਾਨੂੰ ਤੇ ਉਪਦੇਸ਼ ਇਹ ਦਿੰਦਾ, ਆਪ ਜਾ ਕੇ ਰਾਜਿਆਂ ਦੇ ਸਰੀਰ ਵਿੱਚ ਵੜ ਕੇ ਤੇ ਰਾਣੀਆਂ ਦੇ ਕੋਲ ਜਾ ਕੇ ਬੈਠਾ। ਉਹਨੇ ਦੱਸਿਆ ਤੇ ਨਹੀਂ ਆਪਣੇ ਚੇਲਿਆਂ ਨੂੰ, ਬਾਕੀਆਂ ਨੂੰ ਨਹੀਂ ਦੱਸਿਆ ਵੀ ਮੇਰੇ ਗੁਰੂ ਦੀ ਨਰਾਦਰੀ ਹੋਵੇਗੀ, ਐਵੇਂ ਬੇਪਤੀ ਕਰਨਗੇ, ਗੱਲ ਧੁੰਮ ਜਾਵੇਗੀ, ਬੇਇੱਜ਼ਤੀ ਵਾਲਾ ਕੰਮ ਹੀ ਹੈ ਨਾ, ਚੰਗਾ ਤੇ ਕੋਈ ਨਹੀਂ। ਕਹਿਣ ਲੱਗਾ ਤੁਸੀਂ ਸਾਰੇ ਮੇਰੇ ਨਾਲ ਆਓ, ਆਪਾਂ ਲੱਭਦੇ ਹਾਂ। ਤੇ ਫਿਰ ਗੋਰਖਨਾਥ ਉੱਥੇ ਲੈ ਗਿਆ ਜਿਸ ਰਾਜ ਵਿੱਚ ਉਹ ਵੜਿਆ ਸੀ ਨਾ ਜਾ ਕੇ। ਹੁਣ ਉਹ ਮਛੰਦਰਨਾਥ ਬੜਾ ਚਲਾਕ ਸੀ, ਉਹਨੂੰ ਪਤਾ ਸੀ ਵੀ ਜੋਗੀਆਂ ਨੇ ਮੈਨੂੰ ਲੱਭ ਲੈਣਾ ਇੱਥੋਂ ਆ ਕੇ। ਉਹਨੇ ਆਪਣੇ ਸਿਪਾਹੀਆਂ ਨੂੰ ਆਖਿਆ ਵੀ ਹੋਰ ਜਿਹੜਾ ਮਰਜ਼ੀ ਆ ਜਾਵੇ ਮੇਰੇ ਮਹਿਲਾਂ ਦੇ ਵਿੱਚ, ਜੋਗੀ ਨਹੀਂ ਇੱਥੇ ਨੇੜੇ ਕੋਈ ਲੱਗਣਾ ਚਾਹੀਦਾ। ਜੇ ਕੋਈ ਜੋਗੀ ਆਵੇ ਤੇ ਭਜਾ ਦਿਓ ਉਹਨੂੰ ਦੂਰੋਂ, ਇੱਥੋਂ ਮੇਰੇ ਨੇੜੇ ਕੋਈ ਨਾ ਆਵੇ। ਉਹਦੇ ਮਨ ਵਿੱਚ ਇਹ ਸੀ ਵੀ ਜੋਗੀ ਲੱਭਦੇ ਲੱਭਦੇ ਮੇਰੇ ਤੱਕ ਪਹੁੰਚ ਕਰਨਗੇ, ਤੇ ਇਸ ਤੋਂ ਪਹਿਲਾਂ ਕਿ ਉਹ ਪਹੁੰਚ ਕਰਨ ਮੈਨੂੰ ਆ ਕੇ ਕੁਝ ਕਹਿਣ। ਸਿਪਾਹੀਆਂ ਨੂੰ ਹੁਕਮ ਦਿੱਤਾ ਵੀ ਜੋਗੀ ਨੇੜੇ ਨਹੀਂ ਆਉਣਾ ਚਾਹੀਦਾ। ਤੇ ਜਦੋਂ ਇਹ ਸਾਰੇ ਜਾਣੇ ਗਏ ਤੇ ਸਿਪਾਹੀ ਅੱਗੋਂ ਇਹਨਾਂ ਨੂੰ ਦਬਕਾਉਣ ਲੱਗ ਪਿਆ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਫਿਰ ਇਹਨਾਂ ਨੇ ਪੱਗ ਦਾ ਪੱਲਾ ਜਿਹੜਾ ਸੀ ਨਾ ਲੜ, ਉਹ ਆਪਣੇ ਕੰਨਾਂ ਦੇ ਉੱਪਰ ਦੇ ਕੇ ਤੇ ਉਹ ਬਲੌਰ ਦੀਆਂ ਮੁੰਦਰਾਂ ਢੱਕੀਆਂ, ਉਹਦੇ ਨਾਲ ਢੱਕ ਕੇ ਆਖਿਆ ਵੀ ਨਹੀਂ ਮਹਿਲਾਂ ਦੇ ਅੰਦਰ ਨਹੀਂ ਜਾਂਦੇ, ਮਹਿਲਾਂ ਦੇ ਦਰਵਾਜ਼ੇ ਤੱਕ ਹੀ ਸਾਨੂੰ ਜਾਣ ਦਿਓ। ਤੇ ਸਿਪਾਹੀਆਂ ਨੇ ਮਹਿਲਾਂ ਦੇ ਦਰਵਾਜ਼ੇ ਤੱਕ ਆਉਣ ਦਿੱਤਾ। ਫਿਰ ਮਹਿਲਾਂ ਦੇ ਦਰਵਾਜ਼ੇ 'ਤੇ ਆ ਕੇ ਉੱਚੀ ਆਵਾਜ਼ ਦੇ ਵਿੱਚ ਫਿਰ ਗੋਰਖਨਾਥ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਜਾਗ ਮਛੰਦਰਾ, ਗੋਰਖ ਆਏ। ਮਛੰਦਰਾ ਨਿਕਲ ਬਾਹਰ, ਜਾਗ ਆਪਣੀ ਆਤਮਾ ਨੂੰ ਜਗਾ, ਕਿਹੜੇ ਕੰਮ 'ਚ ਪੈ ਗਿਆ? ਗੁਰੂ ਹੋ ਕੇ ਤੂੰ ਰਾਜੇ ਰਾਣੀਆਂ ਦੇ ਖੇਲ ਵਿੱਚ ਪੈ ਗਿਆ। ਸਾਨੂੰ ਤੇ ਆਖਦਾ ਵੀ ਆਪਣਾ ਪੰਥ ਨਿਰਾਲਾ, ਘਰ ਬਾਰ ਛੱਡੋ, ਪਰਿਵਾਰ ਛੱਡੋ, ਆਪ ਰਾਣੀਆਂ ਦਾ ਸੁੱਖ ਤੇ ਮਹਿਲਾਂ ਦਾ ਸੁੱਖ ਲੈਣ ਵਾਸਤੇ ਰਾਜੇ ਦੇ ਸਰੀਰ ਵਿੱਚ ਵੜ ਕੇ ਬੈਠਾ। ਕੋਈ ਸ਼ਰਮ ਕਰ, ਤੂੰ ਗੁਰੂ ਹੈ। ਜਦੋਂ ਉੱਚੀ ਆਵਾਜ਼ ਦੇ ਵਿੱਚ ਇਹ ਆਵਾਜ਼ ਦਿੱਤਾ ਤੇ ਉਹ ਅੰਦਰ ਪੈ ਮਛੰਦਰਨਾਥ ਰਾਜੇ ਦੇ ਸਰੀਰ ਵਿੱਚ, ਉਹਨੂੰ ਸੁਣਾਈ ਦਿੱਤੀ ਆਵਾਜ਼। ਜਦੋਂ ਲਾਹਣਤਾਂ ਸੁਣੀਆਂ ਆਪਣੇ ਚੇਲਿਆਂ ਦੀਆਂ, ਤੇ ਕਹਿਣ ਲੱਗਾ ਵੀ ਰੌਲਾ ਨਾ ਪਾਓ, ਮੈਂ ਫਿਰ ਤੁਹਾਡੇ ਨਾਲ ਚੱਲਦਾ। ਫਿਰ ਰਾਜੇ ਦੇ ਸਰੀਰ ਵਿੱਚੋਂ ਬਾਹਰ ਨਿਕਲਿਆ ਤੇ ਆਪਣੇ ਸਰੀਰ ਵਿੱਚ ਆ ਕੇ ਪ੍ਰਵੇਸ਼ ਹੋਇਆ, ਤੇ ਫਿਰ ਉਸੇ ਤਰ੍ਹਾਂ ਮਛੰਦਰਨਾਥ ਬਣ ਕੇ ਉਹਨਾਂ ਵਿੱਚ ਬੈਠ ਗਿਆ। ਇਹ ਕੁਝ ਇਤਿਹਾਸਕ ਘਟਨਾਵਾਂ ਨੇ ਜਿਹੜੀਆਂ ਆਪਾਂ ਸਰਵਣ ਕਰਦੇ ਵੀ ਇਸ ਤਰ੍ਹਾਂ ਦੀ ਲੋਕਾਂ ਕੋਲ ਰਸਾਇਣ ਹੁੰਦੀ ਹੈ, ਇਸ ਤਰ੍ਹਾਂ ਦੀ ਇੱਕ ਸ਼ਕਤੀ ਹੁੰਦੀ ਹੈ, ਇਸ ਤਰ੍ਹਾਂ ਦੀ ਇੱਕ ਰਿਧੀ ਸਿੱਧੀ ਹੁੰਦੀ ਹੈ ਵੀ ਇੱਕ ਸਰੀਰ ਵਿੱਚੋਂ ਬਾਹਰ ਨਿਕਲ ਜਾਣਾ, ਦੂਜੇ ਸਰੀਰ ਵਿੱਚ ਪ੍ਰਵੇਸ਼ ਕਰ ਜਾਣਾ, ਜਾਂ ਆਪਣੇ ਸਰੀਰ ਤੋਂ ਬਾਹਰ ਨਿਕਲ ਕੇ ਕੋਈ ਕੰਮ ਕਰਕੇ ਤੇ ਫਿਰ ਉਹਦੇ ਵਿੱਚ ਆ ਜਾਣਾ ਦੁਬਾਰਾ ਵਾਪਸ। ਪਰ ਜਦੋਂ ਸਰੀਰ ਇਸ ਤਰ੍ਹਾਂ ਛੱਡ ਕੇ ਜਾਂਦੇ ਨੇ ਨਾ ਜੋਗੀ ਵਗੈਰਾ, ਜਿਹਦੇ ਕੋਲ ਵੀ ਇਹ ਤਾਕਤ ਹੈ, ਉਹ ਮੰਤਰਾਂ ਦਾ ਪੂਰਾ ਪਹਿਰਾ ਲਾ ਕੇ ਜਾਂਦੇ ਆਪਣੇ ਸਰੀਰ ਦੇ ਕੋਲ ਵੀ ਸਾਡੀ ਸਰੀਰ ਵਿੱਚ ਕੋਈ ਹੋਰ ਨਾ ਪ੍ਰਵੇਸ਼ ਕਰ ਸਕੇ। ਜਿਹੜਾ ਪਹਿਲਾਂ ਪ੍ਰਵੇਸ਼ ਕਰ ਗਿਆ ਸਰੀਰ ਉਹਦਾ, ਬਾਕੀ ਦੂਜੇ ਦੀ ਆਤਮਾ ਭੜਕਦੀ ਰਹੇਗੀ। ਇਹ ਹੁਣ ਕਹਿ ਰਿਹਾ ਰਾਮ ਰਾਏ ਬਾਬਾ ਜੀ, ਕਹਿਣ ਲੱਗੇ ਵੀ ਤੂੰ ਪਹਿਰਾ ਰੱਖਣਾ ਪੂਰਾ, ਇੱਥੇ ਨੇੜੇ ਨਾ ਸਰੀਰ ਦੇ ਕੋਈ ਆਵੇ ਤੇ ਅਸੀਂ ਚੱਲੇ ਹਾਂ। ਇਹ ਬੀਬੀ ਹੁਣ ਕਿਵੇਂ ਪਹਿਰਾ ਇੱਥੇ ਦਿੰਦੀ ਹੈ, ਰਾਮ ਰਾਏ ਜੀ ਕਿਵੇਂ ਜਾਂਦੇ ਨੇ, ਇਹਨਾਂ ਦੀ ਕੀ ਹਾਲਤ ਬਣਦੀ ਹੈ, ਚੇਲੇ ਇਹਨਾਂ ਦਾ ਕੀ ਹਾਲ ਕਰਨਗੇ, ਮਸਾਂਦੂ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਲੇਖਾ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।